ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੇ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਓਟ ਆਸਰਾ ਲੈਂਦੇ ਹੋਏ ਅੱਜ ਦੇ ਰੋਜ਼ ਤੋਂ ਹਰ ਰੋਜ਼ ਸ੍ਰੀ ਜਪਜੀ ਸਾਹਿਬ ਜੀ ਦਾ ਕਥਾ ਤੇ ਵਿਚਾਰ ਆਪ ਸਭ ਸਰਵਨ ਕਰੋਗੇ ਗਿਆਨੀ ਸੰਤੋਖ ਸਿੰਘ ਜੀ ਪਾਸੋਂ, ਜੋ ਕਿ ਸਾਡੇ ਨਾਲ ਇਸ ਵਕਤ ਜੁੜੇ ਹੋਏ ਨੇ ਲਾਈਨ ਤੇ ਤੁਸੀਂ ਹੁਣੇ ਨਿਰੰਤਰ ਜਿਹੜਾ ਇਸ ਚੀਜ਼ ਦਾ ਪ੍ਰਸਾਰਣ ਹੈ ਉਹ ਸਰਵਨ ਕਰੋਗੇ। ਸਾਡੇ ਨਾਲ ਇਸ ਕਥਾ ਵਿਚਾਰ ਨਾਲ ਜੁੜੋ, ਗੁਰਬਾਣੀ ਨਾਲ ਜੁੜੋ, ਗੁਰਬਾਣੀ ਦੇ ਪਸਾਰੇ ਨਾਲ ਜੁੜੋ ਤੇ ਆਉਣ ਵਾਲੇ ਸਮੇਂ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਫਲਸਫੇ ਨਾਲ ਜੁੜਨ ਦੀ ਆਪ ਵੀ ਕੋਸ਼ਿਸ਼ ਕਰੋ ਤੇ ਹੋਰਨਾਂ ਨੂੰ ਵੀ ਜੋੜੋ। ਸੋ ਗਿਆਨੀ ਸੰਤੋਖ ਸਿੰਘ ਜੀ ਆਪ ਜੀ ਨੂੰ ਸ੍ਰੀ ਜਪਜੀ ਸਾਹਿਬ ਜੀ ਦਾ ਕਥਾ ਵਿਚਾਰ ਸਰਵਨ ਕਰਾਉਣਗੇ। हाँ जी, वाहिगुरु जी का खालसा, वाहिगुरु जी की फतेह। क्या हों कथी कथे कथ देखा, मैं अकथ ना कथ ना जाई। जो तुद भावै सोई आखां, तिल तेरी वडियाई। सर्व संसार उपर ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਗੁਰੂ ਸੰਗਤ ਦੇ ਰੂਬਰੂ ਹੋਣ ਵਾਸਤੇ ਆਦ ਬਾਣੀ ਜਪ ਸਾਹਿਬ, ਜਿਸ ਨੂੰ ਅਸੀਂ ਜਪਜੀ ਸਾਹਿਬ ਜਾਂ ਸ੍ਰੀ ਜਪਜੀ ਸਾਹਿਬ ਵੀ ਸਤਿਕਾਰ ਵਜੋਂ ਕਹਿ ਸਕਦੇ ਹਾਂ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਸ ਬਾਣੀ ਦਾ ਨਾਮ ਜਪ ਜੱਜਾ ਪੱਪੇ ਨੂੰ ਔਂਕੜ ਹੈ। ਉਸ ਬਾਣੀ ਦਾ ਇਹ ਅੰਮ੍ਰਿਤਧਾਰੀ ਸਿੱਖ ਵਾਸਤੇ ਹੀ ਨਹੀਂ, ਬਲਕਿ ਸਾਰੇ ਹੀ ਗੁਰੂ ਨਾਨਕ ਨਾਮ ਲੇਵਾ ਨਾਨਕ ਪੰਥੀਆਂ ਵਾਸਤੇ ਇਹ ਅੰਮ੍ਰਿਤ ਵੇਲੇ ਨਿਤਨੇਮ ਦੀ ਆਦ ਬਾਣੀ ਹੈ। ਔਰ ਹਰ ਗੁਰੂ ਕਾ ਸਿੱਖ ਇਸ ਨੂੰ ਅੰਮ੍ਰਿਤ ਵੇਲੇ ਇਸ਼ਨਾਨ ਕਰਨ ਤੋਂ ਬਾਅਦ ਬੜੇ ਪ੍ਰੇਮ ਸਹਿਤ ਸ਼ਰਧਾ ਦੇ ਨਾਲ ਪੜ੍ਹਦਾ ਹੈ। ਪਰ ਬਾਣੀ ਦੇ ਉੱਪਰ ਕੇਵਲ ਸਿੱਖਾਂ ਦੀ ਹੀ ਮਨਾਪਲੀ ਜਾਂ ਸਿੱਖਾਂ ਦਾ ਹੀ ਕਬਜ਼ਾ ਨਹੀਂ, ਇਹ ਤਾਂ ਵੀ ਜੋ ਸੁਣੈ ਕਮਾਵੈ ਸੋ ਹੋਤ ਨਿਹਾਲ। ਇਹ ਵਿੱਚ ਬਾਣੀ ਅੰਮ੍ਰਿਤ ਸਾਰੇ, ਜਿਵੇਂ ਸ਼ੁਰੂ ਦੇ ਵਿੱਚ ਆਪਾਂ ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਇਹ ਪਿਉ ਦਾਦੇ ਕਾ ਖੋਲ ਡਿਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ। ਰਤਨ ਲਾਲ ਜਾਂ ਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ। ਇਹ ਤੇ ਸੀ ਬਿਆਨ ਕੀ ਹੈ ਬਾਣੀ ਦੇ ਵਿੱਚ। ਅੱਗੇ ਹੁਕਮ ਆ, ਖਾਵ ਖਰਚਾ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਦੋ ਜਾਈ। ਇਹ ਤੋਟ ਨਹੀਂ ਆਉਂਦੀ, ਇਹ ਵੱਧਦਾ ਹੀ ਆ। ਜਿੰਨਾ ਕੋਈ ਇਹਨੂੰ ਵੰਡਦਾ ਹੈ, ਜਿੰਨਾ ਕੋਈ ਖਰਚਦਾ ਹੈ, ਜਿੰਨਾ ਕੋਈ ਇਸ ਦਾ ਸਦ ਉਪਯੋਗ ਕਰਦਾ ਹੈ, ਕਿਉਂਕਿ ਇਹ ਹੀਰੇ ਨੇ, ਅਤ ਕੀਮਤੀ ਜਵਾਹਰਾਤ ਨੇ। ਕਿਸੇ ਦੁਕਾਨ ਬਾਜ਼ਾਰ ਜੌਹਰੀ ਤੋਂ ਅਸੀਂ ਸੰਸਾਰਿਕ ਮਾਇਆ ਦੇ ਨਾਲ ਇਹਨਾਂ ਨੂੰ ਖਰੀਦ ਨਹੀਂ ਸਕਦੇ। ਭਗਤ ਨਾਮਦੇਵ ਜੀ ਦੇ ਸ਼ਬਦਾਂ ਵਿੱਚ ਕਿ ਭਾਈ ਬੇੜੀ ਪ੍ਰੀਤ ਮਜੂਰੀ ਮੰਗੈ, ਜੇ ਕੋਈ ਛਾਨ ਛਵਾਈ ਹੋ ਤੇ ਮਜੂਰੀ ਕੀ ਹੈ? ਉਹ ਪ੍ਰੀਤੀ ਮਜੂਰੀ ਹੈ, ਉਹ ਸ਼ਰਧਾ ਦੀ ਮਜੂਰੀ ਹੈ, ਉਹ ਸ਼ਰਧਾ ਦੀ ਭੇਟਾ ਹੈ। ਇਹ ਕੀਮਤ ਹੈ। ਜਿੰਨੀ ਕਿਸੇ ਦੀ ਕੋਈ ਸ਼ਰਧਾ ਹੁੰਦੀ ਹੈ, ਜਿੰਨਾ ਕਿ ਕਿਸੇ ਨੂੰ ਗੁਰੂ ਸਾਹਿਬ ਨੇ ਸੋਝੀ ਬਖਸ਼ੀ ਹੁੰਦੀ ਹੈ, ਉਹਨਾਂ ਹੀ ਉਹ ਲਾਭ ਉਠਾਉਂਦਾ ਹੈ। ਤੇ ਜਿੰਨਾ ਉਸ ਨੂੰ ਆਪ ਲਾਭ ਪ੍ਰਾਪਤ ਹੁੰਦਾ ਹੈ, ਇਹ ਚੁੱਪ ਕਰਕੇ ਨਹੀਂ ਬਹਿ ਜਾਣਾ। ਉਸ ਪ੍ਰਾਪਤ ਹੋਏ ਗਿਆਨ ਨੂੰ ਬਾਕੀ ਲੋਕਾਈ ਦੇ ਨਾਲ ਵੰਡਣਾ ਆ, ਤਾਂ ਕਿ ਹਰੇਕ ਦਾ ਭਲਾ ਹੋਵੇ। ਬਹੁ ਜਨ ਹਿਤਾਏ ਬਹੁ ਜਨ ਸੁਖਾਏ। ਵੀ ਉਹ ਬਹੁਤਿਆਂ ਦੇ ਹਿੱਤ ਦੀ ਗੱਲ, ਬਹੁਤਿਆਂ ਦੇ ਸੁਖ ਵਾਲੀ ਗੱਲ ਜਿਹੜੀ ਹੈ ਉਹ ਗੁਰੂ ਕੇ ਸਿੱਖ ਨੂੰ ਕਰਨੀ ਚਾਹੀਦੀ ਹੈ। ਇਹ ਸਰਬੱਤ ਸੰਗਤਾਂ ਨੂੰ ਇੱਥੇ ਮੈਂ ਇੰਨੀ ਬੇਨਤੀ ਕਰਦੇ ਹਾਂ ਕਿ ਗੁਰਦੁਆਰਾ ਸਾਹਿਬ ਸਿੱਖ ਸੈਂਟਰ ਪਾਰਕ ਲਈ ਇੱਥੇ ਸਿਡਨੀ ਦੇ ਵਿੱਚ ਜੋ ਹੈ, ਮੇਰੇ ਘਰ ਦੇ ਵਿੱਚ, ਜਿਸ ਦੀ ਸੇਵਾ ਦੇ ਵਿੱਚ, ਬਣਾਉਣ ਦੇ ਵਿੱਚ, ਆਰੰਭ ਦੇ ਵਿੱਚ ਗੁਰੂ ਸਾਹਿਬ ਦੀ ਕਿਰਪਾ ਨਾਲ, ਪ੍ਰੇਰਨਾ ਨਾਲ ਆਪਾਂ ਹਿੱਸਾ ਲੈਂਦੇ ਰਹੇ ਹਾਂ।
ਉੱਥੋਂ ਦੇ ਮੁੱਖ ਗ੍ਰੰਥੀ ਸਾਹਿਬ ਦੇ ਦੇਸ਼ ਜਾਣ ਕਾਰਨ ਕੁਝ ਦਿਨਾਂ ਲਈ ਪ੍ਰਬੰਧਕ ਕਮੇਟੀ ਨੇ ਕਿਰਪਾ ਕਰਕੇ ਮੈਨੂੰ ਜਪਜੀ ਸਾਹਿਬ ਦੀ ਕਥਾ ਕਰਨ ਲਈ ਆਗਿਆ ਕੀਤੀ। ਤੋ ਕੁਝ ਦਿਨ ਕਥਾ ਕਰਨ ਨਾਲ, ਕਿਉਂਕਿ ਨਾਲ ਉਹ ਇੰਟਰਨੈਟ ਤੇ ਚੱਲ ਰਿਹਾ ਸੀ, ਬ੍ਰਾਡਕਾਸਟ ਹੋ ਰਿਹਾ ਸੀ, ਤੇ ਬਹੁਤ ਸਾਰੀਆਂ ਸੰਗਤਾਂ ਨੇ ਉਸੇ ਸਿੰਪਲ ਸਾਦੇ ਸ਼ਬਦਾਂ ਦੇ ਵਿੱਚ ਕਥਾ ਵਿਚਾਰ ਕੀਤੀ ਗਈ ਨੂੰ ਬਹੁਤ ਪਸੰਦ ਕੀਤਾ, ਕਿਉਂਕਿ ਜਪਜੀ ਸਾਹਿਬ ਦੀ ਕਥਾ ਵਿਖਿਆਨ ਬਹੁਤ ਸਾਰੇ ਵਿਦਵਾਨਾਂ ਨੇ ਕੀਤੀ ਹੈ। ਸੈਂਕੜੇ ਹੀ ਟੀਕੇ ਜਪਜੀ ਸਾਹਿਬ ਦੇ ਹੁਣ ਤੱਕ ਹੋ ਚੁੱਕੇ ਹੋਏ ਨੇ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਸਭ ਤੋਂ ਪਹਿਲਾਂ ਤੇ ਗੁਰਬਾਣੀ ਦੀ ਕਥਾ, ਗੁਰਸਿੱਖੀ ਦੀ ਵਿਆਖਿਆ ਦੇ ਕਥਾਕਾਰ, ਵਿਆਖਿਆਕਾਰ, ਮਹਾਨ ਪ੍ਰਚਾਰਕ ਗੁਰੂ ਅਰਜਨ ਸਾਹਿਬ ਦੇ ਗੁਰੂ ਅਮਰਦਾਸ ਸਾਹਿਬ, ਗੁਰੂ ਰਾਮਦਾਸ, ਗੁਰੂ ਅਰਜਨ ਜੀ, ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਜਿਨ੍ਹਾਂ ਨੂੰ ਦਰਸ਼ਨ ਕਰਨ ਦਾ ਸ਼ੁਭ ਅਵਸਰ ਪ੍ਰਾਪਤ ਹੋਇਆ, ਗੁਰੂ ਰਾਮਦਾਸ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ, ਗੁਰੂ ਹਰਗੋਬਿੰਦ ਸਾਹਿਬ ਜੀ, ਤੇ ਉਹਨਾਂ ਨੇ ਸਭ ਤੋਂ ਪਹਿਲਾਂ ਗੁਰਬਾਣੀ ਦੇ ਅਰਥ ਵਿਆਖਿਆ ਕੀਤੀ ਹੈ। ਕੁਝ ਸੱਜਣ ਇਹ ਵੀ ਵਿਚਾਰ ਕਰਦੇ ਨੇ ਕਿ ਬਾਣੀ ਦਾ ਪਾਠ ਹੀ ਕਰਨਾ ਚਾਹੀਦਾ ਹੈ, ਪਾਠ ਦਾ ਆਨੰਦ ਹੀ ਲੈਣਾ ਚਾਹੀਦਾ ਹੈ, ਇਹ ਕਥਾ ਵਿਚਾਰ ਨਹੀਂ ਕਰਨੀ ਚਾਹੀਦੀ, ਕਿਉਂਕਿ ਕਥੱਕੜ ਲੋਕ ਆਪਣੀ ਆਪਣੀ ਮਰਜ਼ੀ ਦੇ ਨਾਲ ਆਪਣੀ ਵਿਚਾਰਧਾਰਾ ਵੱਲ ਗੁਰਬਾਣੀ ਦੇ ਅਰਥਾਂ ਨੂੰ ਖਿੱਚ ਕੇ ਲੈ ਜਾਂਦੇ ਨੇ। ਤੇ ਇਹ ਵੀ ਗੱਲ ਹੈ, ਕਿਉਂਕਿ ਗਿਆਨ ਦੇ ਗਲ ਰਿਸਾ, ਹਰ ਕੋਈ ਇੱਕ ਦੂਜੇ ਤੋਂ ਵੱਧ ਕੇ ਦੱਸਣਾ ਚਾਹੁੰਦਾ ਹੈ ਕਿ ਮੈਂ ਆਹ ਜ਼ਿਆਦਾ ਜਾਣ ਲਿਆ, ਮੈਂ ਆਹ ਜ਼ਿਆਦਾ ਵਧੇਰੇ ਦੱਸਦਾ ਹਾਂ, ਜੋ ਦੂਜਿਆਂ ਨੇ ਪਹਿਲਾਂ ਨਹੀਂ ਦੱਸਿਆ ਉਹ ਇਸ ਦੇ ਵਿੱਚ ਫੇਲ ਹੋ ਗਏ। ਸਵਾਮੀ ਆਨੰਦ ਘਨ ਨੇ ਗੁਰੂ ਜਪਜੀ ਸਾਹਿਬ ਦਾ ਟੀਕਾ ਕੀਤਾ ਸੀ, ਜਿਸ ਦੇ ਵਿੱਚ ਕਿਉਂਕਿ ਉਹਨੇ ਆਪਣੇ ਮਤ ਵੱਲ ਨੂੰ ਖਿੱਚਿਆ, ਆਪਣੀ ਮਰਜ਼ੀ ਦੇ ਅਨੁਸਾਰ ਉਸਨੇ ਅਰਥ ਕੀਤੇ। ਇਹ ਪੜ੍ਹ ਕੇ ਵੇਖ ਕੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ, ਜਿਨ੍ਹਾਂ ਨੇ ਮਹਾਨ ਨਾਨਕ ਪ੍ਰਕਾਸ਼, ਸੂਰਜ ਪ੍ਰਕਾਸ਼ ਆਦਿ ਗ੍ਰੰਥਾਂ ਦੀ ਰਚਨਾ ਕੀਤੀ ਹੈ, ਉਹਨਾਂ ਨੇ ਫਿਰ ਗਰਭ ਗੰਜਨੀ ਟੀਕਾ ਨਾਂ ਤੇ ਜਪਜੀ ਸਾਹਿਬ ਦਾ ਟੀਕਾ ਲਿਖਿਆ। ਗਰਭ ਕਹਿੰਦੇ ਨੇ ਹੰਕਾਰ ਨੂੰ, ਗੰਜਨ ਕਹਿੰਦੇ ਨੇ ਤੋੜਨ ਨੂੰ। ਹੰਕਾਰ ਨੂੰ ਉਹ ਸੁਨਾਮੀ ਆਨੰਦ ਘਨ ਨੇ ਜਿਹੜਾ ਹੰਕਾਰ ਵਿੱਚ ਆ ਕੇ ਟੀਕਾ ਕੀਤਾ ਸੀ, ਉਸ ਦਾ ਹੰਕਾਰ ਤੋੜਨ ਲਈ ਭਾਈ ਸੰਤੋਖ ਸਿੰਘ ਕਵੀ, ਸ਼੍ਰੋਮਣੀ ਕਵੀ ਚੂੜਾਮਣੀ, ਉਹਨਾਂ ਨੇ ਗਰਭਗੰਜਨੀ ਟੀਕਾ ਲਿਖਿਆ। ਫਿਰ ਟਕਸਾਲ, ਦਮਦਮੀ ਟਕਸਾਲ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਕਿੰਨੀਆਂ ਲੜੀਵਾਰ ਉਹ ਕਥਾਵਾਂ ਕਰਦੇ ਨੇ, ਜਿੱਥੇ ਜਿੱਥੇ ਰਹਿੰਦੇ ਨੇ ਸੰਤ ਮਹਾਤਮਾ ਤੇ ਵਿਦਿਆਰਥੀ ਸਾਰੇ ਨਾਲ ਨਾਲ ਉਹ ਕਥਾ ਸੁਣਦੇ ਨੇ ਤੇ ਕਥਾਕਾਰ ਬਣ ਕੇ ਨਿਕਲਦੇ ਨੇ। ਉਹਨਾਂ ਦੀ ਉਹ ਜਿਹੜੀ ਕਥਾ ਸੀ, ਸੰਤ ਬਾਬਾ ਗੁਰਬਚਨ ਸਿੰਘ ਜੀ ਨੇ ਸਾਰੇ ਗੁਰੂ ਗ੍ਰੰਥ ਸਾਹਿਬ ਦੀ ਕੀਤੀ, ਉਹ ਟੇਪ ਰਿਕਾਰਡ ਭਰੀ ਹੋਈ ਸੀ ਸਾਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਉਹਦੇ ਵਿੱਚੋਂ ਪਹਿਲਾ ਹਿੱਸਾ ਉਹਨਾਂ ਦੇ ਉੱਤਰਾਧਿਕਾਰੀ ਸੰਤ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੇ ਉਹਨੂੰ ਲਿਪੀਬੱਧ ਕੀਤਾ। ਉਹ ਇੱਕ ਵੱਡੇ ਗ੍ਰੰਥ ਦੇ ਵਿੱਚ ਛਾਪਿਆ, ਜਿਹਦੇ ਵਿੱਚ ਜਪ ਸਾਹਿਬ, ਜਪਜੀ ਸਾਹਿਬ ਤੇ ਰਹਿਰਾਸ ਤੇ ਸੋਹਿਲਾ ਉਹਦੇ ਵਿੱਚ ਹਿੱਸਾ ਆਉਂਦਾ ਹੈ। ਜੇ ਉਹ ਆਪਾਂ ਉਹ ਪੜ੍ਹੀਏ ਤੇ ਕਿੰਨੇ ਹੀ ਅਰਥ, ਕਿੰਨੇ ਹੀ ਉਹਨਾਂ ਦੀ ਯਾਦਾਸ਼ਤ, ਮਹਾਂਪੁਰਸ਼ਾਂ ਦੀ, ਸੰਤ ਬਾਬਾ ਗੁਰਬਚਨ ਸਿੰਘ ਦੀ ਯਾਦਾਸ਼ਤ, ਉਹਨਾਂ ਦਾ ਗਿਆਨ, ਉਹਨਾਂ ਦਾ ਅਨਮਤੀ ਗ੍ਰੰਥਾਂ ਦਾ ਮਤਾਲਿਆ, ਵੇਦ ਸ਼ਾਸਤਰ ਪੁਰਾਣ ਆਦਿਕ ਸਿਮਰਤੀਆਂ, ਉਪਨਿਸ਼ਦਾਂ ਵਗੈਰਾ ਦਾ ਇਹਨਾਂ ਉਹਨਾਂ ਨੇ ਗਿਆਨ ਅਬ ਜ਼ਬਾਨੀ ਕਥਾ ਦੇ ਵਿੱਚ ਕੀਤਾ, ਰਿਕਾਰਡ ਹੋਇਆ, ਜਿਹਨੂੰ ਸੰਤ ਕਰਤਾਰ ਸਿੰਘ ਨੇ ਲਿਪੀਬੱਧ ਕੀਤਾ। ਉਹ ਵੀ ਟੀਕਾ ਹੈ। ਫਿਰ ਜੇਲ੍ਹ ਦੇ ਵਿੱਚ, ਹਿੰਦੁਸਤਾਨ ਦੀ ਆਜ਼ਾਦੀ ਦੇ ਵਿੱਚ ਜੇਲ੍ਹ ਵਿੱਚ ਰਹਿੰਦਿਆਂ ਹੋਇਆਂ ਮਹਾਰਾਸ਼ਟਰ ਦੇ ਸੰਤ ਵਿਨੋਬਾ ਭਾਵੇ ਨੇ, ਜਦੋਂ ਜੇਲ੍ਹ 'ਚ ਸਿੱਖ ਦੇ ਪਾਸੋਂ ਉਹਨਾਂ ਨੇ ਭਗਤ ਨਾਮਦੇਵ ਜੀ ਮਹਾਰਾਸ਼ਟਰ ਦੇ ਸਨ, ਉਹਨਾਂ ਦੀ ਬਾਣੀ ਪੜ੍ਹੀ ਤੇ ਉਹਨਾਂ ਨੂੰ ਜਗਿਆਸਾ ਹੋਈ। ਫਿਰ ਉਹਨਾਂ ਨੇ ਗੁਰਮੁਖੀ ਅੱਖਰ ਸਿੱਖ ਕੇ ਗੁਰਬਾਣੀ ਦਾ, ਸਿੱਖ ਇਤਿਹਾਸ ਦਾ ਅਧਿਐਨ ਕੀਤਾ। ਉਹਨਾਂ ਨੇ ਆਪਣੀ ਸਮਝ ਦੇ ਅਨੁਸਾਰ ਜਪਜੀ ਸਾਹਿਬ ਦਾ ਟੀਕਾ ਕੀਤਾ। ਫਿਰ ਇਹ ਸਾਡੇ ਵੇਂਦਿਆਂ ਹੀ ਸਾਡੇ ਸਮਕਾਲੀ ਆਚਾਰੀਆ ਰਜਨੀਸ਼, ਜੋ ਬਾਅਦ ਦੇ ਵਿੱਚ ਜਿਨ੍ਹਾਂ ਨੇ ਆਪਣਾ ਨਾਂ ਓਸ਼ੋ ਰੱਖ ਲਿਆ ਸੀ, ਉਹਨਾਂ ਨੇ ਵਿਖਿਆਨ ਦਿੱਤੇ ਨੇ ਜਪਜੀ ਸਾਹਿਬ ਤੇ ਹਿੰਦੀ ਦੇ ਵਿੱਚ, ਜਿਨ੍ਹਾਂ ਨੂੰ ਪੰਜਾਬੀ ਵਿੱਚ ਤਰਜਮਾ ਕਰਕੇ ਬੜੇ ਵੱਡੇ ਗ੍ਰੰਥ ਦੇ ਰੂਪ ਦੇ ਵਿੱਚ ਉਹਦੀ ਸੰਸਥਾ ਨੇ ਪ੍ਰਕਾਸ਼ਿਤ ਕੀਤਾ। ਉਹਨਾਂ ਨੇ ਆਪਣੇ ਢੰਗ ਨਾਲ ਅਰਥ ਕੀਤੇ ਨੇ। ਸੋ ਜਿਹੜਾ ਵੀ ਜਿੱਥੋਂ ਜਿੱਥੋਂ ਕਿਸੇ ਦੀ ਆਤਮਿਕ ਸੂਝ ਆ,
ਜਿੱਥੋਂ ਜਿੱਥੇ ਕਿਸੇ ਦਾ ਅਖਰੀ ਗਿਆਨ ਆ ਤੇ ਆਤਮ ਗਿਆਨ ਆ, ਉਸ ਹਿਸਾਬ ਦੇ ਨਾਲ ਉਸ ਨੇ ਜਪ ਸਾਹਿਬ ਦੀ ਬਾਣੀ ਦੇ ਅਰਥ ਕਰਨ ਦਾ ਤੇ ਲਿਖਣ ਦਾ ਤੇ ਛਪਵਾਉਣ ਦਾ ਉਦਮ ਕੀਤਾ। ਪਰ ਬਾਤ ਉੱਥੇ ਹੀ ਹੈ, ਜੇ ਤਾਂ ਸੁਣੇ ਤੇ ਤਾਂ ਵਿਖਿਆਨੇ। ਪਹਿਲਾਂ ਲਿਖੇ ਗਏ ਟੀਕਿਆਂ ਨੂੰ ਪੜ੍ਹ ਕੇ ਵਿਚਾਰ ਕੇ ਨਾਲ ਆਪਣੀ ਮਤ ਦੇ ਅਨੁਸਾਰ ਜੋ ਸਮਝ ਆਈ ਹੈ ਉਸ ਹਿਸਾਬ ਨਾਲ ਹਰੇਕ ਨੇ ਟੀਕਾ ਕਰ ਦਿੱਤਾ ਹੈ। ਇਸੇ ਵਾਸਤੇ ਕਿਉਂਕਿ ਸਿੱਖ ਕੋਡ ਆਫ ਕੰਡਕਟ, ਸਿੱਖ ਰਹਿਤ ਮਰਜ਼ਾਦਾ, ਜੋ ਸਿੱਖ ਵਿਦਵਾਨਾਂ ਨੇ ਇਕੱਠੇ ਹੋ ਕੇ ਕਈ ਸਾਲਾਂ ਦੀ ਮਿਹਨਤ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਲਾਗੂ ਕੀਤੀ ਗਈ ਹੈ, ਉਸ ਦੇ ਵਿੱਚ ਗੁਰਦੁਆਰੇ ਵਿੱਚ ਕੀ ਹੋਣਾ ਚਾਹੀਦਾ? ਗੁਰਬਾਣੀ ਦਾ ਪਾਠ, ਗੁਰਬਾਣੀ ਦਾ ਕੀਰਤਨ, ਕਥਾ ਤੇ ਵਿਖਿਆਨ। ਤੇ ਕਥਾ ਦੇ ਬਾਰੇ ਇਹ ਵੀ ਕਿਹਾ ਕਿ ਕਥਾ ਦਾ ਉਦੇਸ਼ ਗੁਰਮਤ ਦ੍ਰਿੜਾਉਣਾ ਹੋਵੇ। ਗੁਰੂ ਨਾਨਕ, ਗੁਰੂ ਕਲਗੀਧਰ ਪਾਤਸ਼ਾਹ ਦੀ ਸਿੱਖਿਆ ਦਾ ਪ੍ਰਚਾਰ ਹੋਵੇ। ਇਸ ਤਰ੍ਹਾਂ ਗੁਰਬਾਣੀ ਨੂੰ ਇਸ ਰੋਸ਼ਨੀ ਦੇ ਵਿੱਚ ਗੁਰਬਾਣੀ ਦੇ ਅਰਥ ਕਰਨੇ ਆ। ਇਹ ਨਹੀਂ ਕਿ ਆਪਾਂ ਉਹ ਪੁਰਾਣ ਕੋਈ ਜ਼ਿਕਰ ਆਇਆ ਵਾ ਤੇ ਕਿਸੇ ਆਪਣਾ ਪੁਰਾਣ ਦਾ ਜਾਂ ਵੇਦ ਦਾ ਜਾਂ ਸਿਮਰਤੀਆਂ ਦਾ ਜਾਂ ਕਿਸੇ ਸ਼ਾਸਤਰ ਦਾ ਅਸੀਂ ਸੰਗਤ ਨੂੰ ਉਹ ਨਹੀਂ ਪੜ੍ਹਾਉਣਾ। ਉਹ ਤੇ ਦ੍ਰਿਸ਼ਟਾਨ ਮਾਤਰ ਨੇ। ਉਹ ਤੇ ਗੱਲ ਨੂੰ ਸਪਸ਼ਟ ਕਰਨ ਵਾਸਤੇ, ਸਰੋਤਿਆਂ ਦੀ ਸਾਇਕੀ ਸੋਚ ਵਿੱਚ ਬਿਠਾਉਣ ਵਾਸਤੇ ਤੇ ਥੋੜੀ ਬੁੱਧੀ ਵਾਲਿਆਂ ਨੂੰ ਸਮਝਾਉਣ ਵਾਸਤੇ ਇਹ ਮਿਸਾਲਾਂ ਦਿੱਤੀਆਂ ਜਾਂਦੀਆਂ ਨੇ। ਭਗਤ ਕਬੀਰ ਜੀ ਦੇ ਸ਼ਬਦਾਂ ਵਿੱਚ ਮਨ ਸਮਝਾਵਨ ਕਾਰਨੇ ਕਛੁਅਕ ਪੜ੍ਹਿਆ ਗਿਆਨ। ਇਹ ਗਿਆਨ ਦੁਨਿਆਵੀ ਜੋ ਆਪਾਂ ਪੜ੍ਹਦੇ ਹਾਂ, ਧਾਰਮਿਕ ਦਾ ਤੇ ਰੋਜੀ ਕਮਾਉਣ ਦਾ, ਸਮਾਜ ਦੇ ਵਿੱਚ ਸਨਮਾਨ ਸਹਿਤ ਵਿਚਰਨ ਦਾ, ਇਹ ਜੋ ਆਪਾਂ ਗਿਆਨ ਪੜ੍ਹਦੇ ਹਾਂ ਇਹ ਆਪਣੇ ਥਾਂ ਇਹ ਵੀ ਜ਼ਰੂਰੀ ਹੈ। ਗੁਰੂ ਦੇ ਸਿੱਖ ਦਾ ਮਤਲਬ ਇਹ ਨਹੀਂ ਉਹ ਅਨਪੜ੍ਹ ਹੋਵੇ, ਪਰ ਜਿਹੜੀ ਪੜ੍ਹਿਆ ਅਨਪੜ੍ਹਿਆ ਪਰਮਗਤ ਭਾਵੈ। ਗੁਰਮਤਿ ਦੇ ਵਿੱਚ ਪੜ੍ਹਿਆ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ। ਵਿਦਿਆ ਵਿਚਾਰ ਕੇ ਪਰ ਉਪਕਾਰੀ ਮਨੁੱਖ ਨੇ ਬਣਨਾ। ਸੁਣਿਆ ਪੜ੍ਹ ਪਾਵੇ ਮਾਨ। ਪੜ੍ਹਾਈ ਕਰ ਕਰਕੇ, ਵਿਦਿਆ ਪ੍ਰਾਪਤ ਕਰ ਕਰਕੇ ਮਨੁੱਖ ਸੰਸਾਰ ਵਿੱਚ ਮਾਣ ਪਰਾਉਂਦਾ ਹੈ ਤੇ ਗੁਰੂ ਕੇ ਸਿੱਖ ਨੇ ਵੀ ਇਹ ਮਾਣ ਪ੍ਰਾਪਤ ਕਰਨਾ ਹੈ। ਇਸ ਲਈ ਗੁਰਮਤਿ ਜਿਹੜੀ ਹੈ ਸਾਨੂੰ ਦੁਨਿਆਵੀ ਵਿਦਿਆ ਤੋਂ ਰੋਕਦੀ ਨਹੀਂ, ਬਲਕਿ ਰਹਿਤਨਾਮ ਦੇ ਵਿੱਚ ਇਹ ਹੈ ਗੁਰਮੁਖੀ ਅੱਖਰ ਜੋ ਹੈ ਭਾਈ। ਇਹ ਰਹਿਤਨਾਮੇ ਵਿੱਚ ਸਿੱਖਿਆ ਹੈ ਗੁਰੂ ਸਾਹਿਬ ਦੇ ਸਿੱਖਾਂ ਵਾਸਤੇ। ਗੁਰਮੁਖੀ ਅੱਖਰ ਜੋ ਹੈ ਭਾਈ, ਸਿੰਘ ਸਿੰਘ ਤੇ ਸਿੱਖੇ ਜਾਈ। ਪਰ ਇੱਥੇ ਹੀ ਗੱਲ ਨਹੀਂ ਮੁੱਕ ਜਾਂਦੀ। ਔਰ ਵੀ ਵਿਦਿਆ ਜੈ ਤੈ ਹੋਵੇ, ਤੈ ਜਾਏ ਸਿੰਘ ਸੋ ਲੇਵੈ। ਜਿੱਥੋਂ ਵੀ ਵਿਦਿਆ ਪ੍ਰਾਪਤ ਗੁਰੂ ਸਾਹਿਬ ਨੇ, ਇਤਿਹਾਸ ਜ਼ਿਕਰ ਆਉਂਦਾ ਹੈ, 5 ਸਿੰਘ ਕਾਸ਼ੀ ਵਿੱਚ ਭੇਜੇ ਸੀ। ਉਹਨਾਂ ਨੂੰ ਨਿਰਮਲ ਦਾ ਖਿਤਾਬ ਦੇ ਕੇ ਕਿ ਭਾਈ ਉਹ ਖਾਲਸਿਆਂ ਨੂੰ ਸੰਸਕ੍ਰਿਤ ਵਿਦਿਆ ਨਹੀਂ ਸੀ ਪੜ੍ਹਾਉਂਦੇ ਤੇ ਝੂਠ ਵੀ ਨਹੀਂ ਸੀ ਦੱਸਣਾ। ਇਸ ਲਈ ਨਿਰਮਲ ਤੇ ਖਾਲਸੇ ਦਾ ਮਤਲਬ ਇੱਕੋ ਹੀ ਹੁੰਦਾ ਹੈ। ਉਹ ਨਿਰਮਲੇ ਅਖਾ ਕੇ ਸਿੱਖਾਂ ਦੇ ਵਿੱਚ ਗੁਰਬਾਣੀ ਦਾ, ਸਿੱਖੀ ਦਾ ਪ੍ਰਚਾਰ ਕਰਨ ਵਾਲੀ, ਬਹੁਤ ਸਾਰੇ ਗੁਰਦੁਆਰਿਆਂ ਦਾ ਪ੍ਰਬੰਧ ਚਲਾਉਣ ਵਾਲੀ ਇਸ ਨਿਰਮਲਾ ਸੰਸਥਾ ਰਹੀ ਹੈ, ਚੱਲਦੀ ਆ ਰਹੀ ਹੈ ਅੱਜ ਵੀ। ਠੀਕ ਹੈ, ਸਿੰਘ ਸਭਾ ਮੂਵਮੈਂਟ ਦੇ ਚੱਲਣ ਦੇ ਨਾਲ ਕੁਝ ਨਾ ਕੁਝ ਵਿਚਾਰਧਾਰਕ ਮਤਭੇਦ ਆਪਸ ਵਿੱਚ ਦੀ ਹੋਏ, ਉਹ ਤਾਂ ਇੱਕ ਪਰਿਵਾਰ ਵਿੱਚ 2 ਮਿੱਤਰਾਂ ਵਿੱਚ ਵੀ ਹੋ ਜਾਂਦੇ ਆ ਤੇ 2 ਜਥੇਬੰਦੀਆਂ ਵਿੱਚ ਹੋ ਜਾਣੇ, ਕੋਈ ਵੱਡੀ ਗੱਲ ਨਹੀਂ। 2 ਵਿਦਵਾਨ ਕਦੀ ਵੀ ਇੱਕ ਮਤ ਹੋਣਾ ਉਹਨਾਂ ਦਾ ਬੜਾ ਔਖਾ ਹੁੰਦਾ ਹੈ। ਭਾਵੇਂ ਮਿਸਾਲ ਤਾਂ ਪੰਜਾਬ ਦੇ ਵਿੱਚ ਮੁਹਾਵਰਾ ਤੇ ਪੰਜਾਬੀ ਵਿੱਚ ਹੈ ਕਿ 100 ਸਿਆਣਿਆਂ ਇੱਕੋ ਮਤ, ਮੂਰਖ ਆਪੋ ਆਪਣੀ। ਪਰ ਪ੍ਰੈਕਟੀਕਲੀ ਕੀ ਹੁੰਦਾ ਹੈ ਕਿ 100 ਮੂਰਖਾਂ ਇੱਕੋ ਮਤ, ਸਿਆਣਿਆਂ ਆਪੋ ਆਪਣੀ। ਸੋ ਕਾਲਡ ਵਿਦਵਾਨ ਮੰਨੇ ਜਾਂਦੇ ਸਿਆਣੇ, ਉਹ ਇੱਕ ਦੂਜੇ ਨਾਲ ਬੜੀ ਮੁਸ਼ਕਲ ਨਾਲ ਹੀ ਆ ਕਿਤੇ ਸਹਿਮਤ ਹੋਣ, ਪਰ ਮੂਰਖ ਬੰਦੇ ਆਪਸ ਵਿੱਚ ਦੀ ਸੈਂਕੜੇ ਹੀ ਸਹਿਮਤ ਹੋ ਜਾਂਦੇ ਨੇ। ਸੋ ਇਸ ਲਈ ਵੱਖ-ਵੱਖ ਵਿਦਵਾਨਾਂ ਨੇ ਜਿਵੇਂ ਜਿਵੇਂ ਉਹਨਾਂ ਦੀ ਦੁਨਿਆਵੀ ਵਿਦਿਆ ਸੀ ਔਰ ਉਹਨਾਂ ਨੇ ਆਪਣਾ ਧਾਰਮਿਕ ਗਿਆਨ ਹਾਸਲ ਕੀਤਾ, ਉਸ ਦੇ ਅਨੁਸਾਰ ਉਹਨਾਂ ਨੇ ਕਥਾ ਵਿਖਿਆਨ ਜਪਜੀ ਸਾਹਿਬ ਦੀ ਕਰਨ ਦਾ ਯਤਨ ਕੀਤਾ। ਆਪਾਂ ਸਾਦੀ ਤੋਂ ਸਾਦੇ ਸ਼ਬਦਾਂ ਦੇ ਵਿੱਚ ਇਸ ਦੀ ਵਿਚਾਰ ਕਰਨ ਦਾ ਯਤਨ ਕਰਾਂਗੇ, ਕਿਉਂਕਿ ਆਪ ਆਪਣੀ ਬੁੱਧ ਹੈ ਜੇਤੀ, ਵਰਣਤ ਭਿੰਨ ਭਿੰਨ ਤੋਹਿ ਤੇਤੀ। ਪਰ ਤੁਮਰਾ ਲਖਾ ਨਾ ਜਾਏ ਪਸਾਰਾ,
ਕੇ ਵਿਦ ਸਜਾ ਪ੍ਰਥਮ ਸੰਸਾਰਾ। ਸੋ ਗੁਰੂ ਸਾਹਿਬ ਦੀ ਬਾਣੀ ਦੇ ਬਾਰੇ ਤਾਂ ਏਵਡ ਉੱਚਾ ਹੋਵੇ ਕੋਏ ਤੇ ਸੂਚੇ ਕੋ ਜਾਣੇ ਸੋਏ। ਕੋਈ ਵੀ ਇਹ ਦਾਵਾ ਨਹੀਂ ਕਰ ਸਕਦਾ ਕਿ ਮੈਂ ਸਹੀ ਅਰਥਾਂ ਨੂੰ ਸਮਝ ਲਿਆ, ਕਿਉਂਕਿ ਜਿਸ ਆਤਮਾ ਨੇ ਗੁਰੂ ਨਾਨਕ ਕਲਾ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਉਹ ਨਾਰਾਇਣ ਪਰਮਾਤਮਾ ਦਾ ਰੂਪ ਜੋ ਸੀ ਗੁਰੂ ਨਾਨਕ ਦੇ ਸਰੀਰ ਦੇ ਵਿੱਚ, ਗੁਰੂ ਨਾਨਕ ਦੇ ਰਾਹੀਂ ਪ੍ਰਗਟ ਹੋਇਆ ਇਸ ਸੰਸਾਰ ਦੇ ਵਿੱਚ। ਤੇ ਅਸੀਂ ਤੁਛ ਬੁੱਧੀ ਵਾਲੇ ਏਡੀ ਮਹਾਨ ਆਤਮਾ ਨੂੰ ਰੱਬ ਦੇ ਰੂਪ ਦੇ ਕਹੇ ਹੋਏ ਉਚਾਰੇ ਹੋਏ ਸ਼ਬਦਾਂ ਨੂੰ ਅਸੀਂ ਕਹੀਏ ਵੀ ਅਸੀਂ ਪੂਰਨ ਤੌਰ ਤੇ ਸਮਝ ਲਿਆ, ਇਹ ਸਾਡੀ ਹਮਾਕਤ ਹੈ। ਇਹ ਕੋਈ ਨਿਮਰਤਾ ਵਾਲੀ ਤੇ ਸਿਆਣਪ ਵਾਲੀ ਬਾਤ ਨਹੀਂ। ਪਰ ਜਿੰਨੀ ਫਿਰ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਕੀ ਗੱਲ ਅਸੀਂ ਮਸਤ ਹੋ ਕੇ ਚੁੱਪ ਹੋ ਕੇ ਰਹਿਣਾ ਨਹੀਂ, ਉਹਦੇ ਬਾਰੇ ਵੀ ਹੁਕਮ ਹੈ। ਜਬ ਲਗ ਦੁਨੀਆ ਰਹੀ ਹੈ ਨਾਨਕ ਕਿਛ ਸੁਣੀਐ ਕਿਛ ਕਹੀਐ। ਸੰਸਾਰ ਦੇ ਵਿੱਚ ਰਹਿੰਦਿਆਂ ਕੁਝ ਅਸੀਂ ਸੁਣਨਾ ਵੀ ਹੈ ਤੇ ਕੁਝ ਕਹਿਣਾ ਵੀ ਹੈ, ਕਿਉਂਕਿ ਜਿਨ ਜੇਵਾ ਦਿੱਤੀ ਬੋਲੇ ਤਾਤ, ਜਿਹਨੇ ਜੇਵਾ ਪ੍ਰਮਾਤਮਾ ਨੇ ਦਿੱਤੀ ਹੈ ਸਾਨੂੰ ਮਿੱਠੇ ਤੇ ਨਿੱਘੇ ਬਚਨ ਬੋਲਣ ਲਈ ਦਿੱਤੀ ਹੈ, ਸਾਨੂੰ ਤਿੱਖੇ ਤੇ ਕੌੜੇ ਲਫ਼ਜ਼ ਬੋਲਣ ਲਈ ਨਹੀਂ ਦਿੱਤੀ। ਕਿਉਂਕਿ ਪ੍ਰਮਾਤਮਾ ਆਪ ਮਿੱਠ ਬੋਲੜਾ ਜੀ, ਹਰ ਸੱਜਣ ਸੁਆਮੀ ਮੋਰਾ। ਹੁਣ ਸੰਭਲ ਥਕੀ ਜੀ, ਉਹ ਕਦੇ ਨਾ ਬੋਲੇ ਕੌੜਾ, ਕੌੜਾ ਬੋਲ ਨਾ ਜਾਣੇ, ਪੂਰਨ ਭਗਵਾਨੈ। ਤੇ ਉਸ ਦੀ ਅਗਲੀ ਵੀ ਸਿਫਤ ਹੈ, ਔਗੁਣ ਕੋ ਨਾ ਚਿਤਾਰੇ। ਇਸ ਲਈ ਪਰਮਾਤਮਾ ਨੇ ਸਾਨੂੰ ਰਸਨਾ ਜੋ ਦਿੱਤੀ ਹੈ, ਰਸਨਾ ਗੀਧੀ ਗੁਣ ਗੋਪਾਲ, ਰਸਨਾ ਜਿਹੜੀ ਹੈ ਪ੍ਰਭੂ ਦੇ ਗੁਣ ਗਾਵੇ। ਤੇ ਪ੍ਰਭੂ ਦੇ ਗੁਣਾਂ ਨੂੰ ਹੀ ਸਾਹਿਤ ਦਾ ਜਾਮਾ ਪਹਿਨਾ ਕੇ ਗੁਰੂ ਸਾਹਿਬਾਨ ਅਤੇ ਭਗਤਾਂ ਹੋਰ ਧਾਰਮਿਕ ਵਿਦਵਾਨਾਂ ਨੇ, ਪਹੁੰਚੀਆਂ ਹੋਈਆਂ ਆਤਮਾਵਾਂ ਨੇ, ਕਿਉਂਕਿ ਬਾਣੀ ਮਹਾਂਪੁਰਖ ਕੀ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ। ਇਹ ਤੇ ਖਸਮ ਦੀ ਬਾਣੀ ਗੁਰੂ ਸਾਹਿਬਾਨ ਦੀ ਰਸਨਾ ਆ ਕੇ ਰਸਨਾ ਰਾਹੀਂ ਸੰਸਾਰ ਦੇ ਭਲੇ ਲਈ ਪ੍ਰਗਟ ਹੋਈ ਹੈ। ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ ਹੈ। ਮਤਲਬ ਕਿ ਗੁਰਬਾਣੀ ਦੀ ਸਿੱਖਿਆ ਉਪਦੇਸ਼ ਦੇ ਨੂੰ ਧਾਰਨ ਕਰੀਏ, ਉਸ ਰਸਤੇ ਉੱਪਰ ਚੱਲੀਏ। ਤੇ ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ, ਕਿਉਂਕਿ ਹਰ ਕਰਤਾ ਆਪ ਮੋਹ ਕਢਾਏ। ਪਰਮਾਤਮਾ ਆਪ ਮਹਾਂਪੁਰਸ਼ਾਂ ਗੁਰੂਆਂ ਪੀਰਾਂ ਦੀ ਰਸਨਾ ਤੇ ਰਾਹੀਂ ਕਢਾਉਂਦਾ ਆ ਸਾਡੀ ਭਲਾਈ ਵਾਸਤੇ। ਠੀਕ ਹੈ, ਕਿਉਂਕਿ ਇੱਕ ਇਹ ਸਾਹਿਤ ਅੱਖਰਾਂ ਰਾਹੀਂ ਆਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਗਾ, ਇਹ ਪ੍ਰਭੂ ਦੇ ਗੀਤ ਅੱਖਰਾਂ ਰਾਹੀਂ ਪ੍ਰਗਟ ਹੋਏ ਨੇ। ਜਿੱਥੋਂ ਅਸੀਂ ਪੜ੍ਹਦੇ ਹਾਂ ਅੱਖਰ, ਬੋਲੀ, ਵਾਕ, ਸਿਹਾਰੀਆਂ ਬਿਹਾਰੀਆਂ, ਫਿਰ ਗਾਂ ਰੂਪ ਜਿਹੜਾ ਵਾਰਤਕ ਹੈ ਕਿ ਕਵਿਤਾ ਦਾ ਆ। ਵਾਰਤਕ ਕੋਈ ਇਤਿਹਾਸ ਗਿਆ, ਘਟਨਾ ਬਿਆਨ ਕੀਤਾ ਜਾ ਰਿਹਾ, ਚਿੱਠੀ ਪੱਤਰ ਆ ਕੋਈ, ਇਹ ਵਾਰਤਕ ਦਾ ਰੂਪ ਆ। ਕਹਾਣੀ ਹੈ, ਨਾਵਲ ਆ, ਇਹ ਗਲਪ ਸਾਹਿਤ ਹੈਗਾ, ਯਾਨੀ ਜਿਹੜਾ ਕਲਪਿਆ ਹੋਇਆ, ਪਰ ਸੰਸਾਰ ਦਾ ਵਿੱਚ ਵਰਤਾਰਾ ਹੈ, ਸਚਾਈ ਮੁੱਢ ਦੇ ਵਿੱਚ ਹੈ। ਪਰ ਉਹ ਜ਼ਰੂਰੀ ਨਹੀਂ ਜੋ ਕੁਝ ਬਿਆਨ ਕੀਤਾ ਰਿਹਾ ਜਾਂ ਉਵੇਂ ਉਵੇਂ ਤਰਤੀਬ ਨਾਲ ਵਾਪਰਿਆ ਹੋਵੇ, ਪਰ ਉਹ ਵਾਪਰਿਆ ਮੰਨਿਆ ਜਾਣ ਦੇ ਯੋਗ ਹੁੰਦਾ ਹੈ। ਤੇ ਇਸ ਤੋਂ ਅਗਾਂਹ ਉੱਚੀ ਹੁੰਦੀ ਹੈ ਕਵਿਤਾ। ਇਹ ਸਾਹਿਤ ਨਾਲ ਕਵਿਤਾ ਜਿਹੜੀ ਹੈ ਇਹ ਰੱਬੀ ਦਾਤ ਹੈ, ਜਿਵੇਂ ਆਪਾਂ ਪਹਿਲਾਂ ਜ਼ਿਕਰ ਕੀਤਾ ਜੈਸੀ ਮੈਂ ਆਵੇ ਖਸਮ ਕੀ ਬਾਣੀ। ਔਰ ਇਹਦੇ ਵਾਸਤੇ ਦੁਨਿਆਵੀ ਵਿਦਿਆ ਵੀ ਕੋਈ ਇੰਨੀ ਜ਼ਰੂਰੀ ਨਹੀਂ। ਕਿੰਨੀਆਂ ਡਾਕਟਰੇਟ ਦੀਆਂ ਡਿਗਰੀਆਂ ਕੀਤੀਆਂ ਹੋਣ, ਪਰ ਉਹ ਦੋ ਲਾਈਨਾਂ ਕਵਿਤਾ ਨਹੀਂ ਜੋੜ ਸਕਦਾ। ਅਨਪੜ੍ਹ ਬੰਦੇ ਤੁਰੇ ਤੁਰੇ ਜਾਂਦੇ ਵਰਨ ਡੀਠ ਅਲੰਕਾਰ ਦਾ ਪ੍ਰਯੋਗ ਕਰਦੇ ਹੋਏ ਜੋ ਸਾਹਮਣੇ ਵੇਖ ਰਿਹਾ ਦਿਸ ਰਿਹਾ ਵਾ, ਉਹਦੇ ਤੇ ਉਹ ਕਵਿਤਾ ਲਿਖ ਦਿੰਦੇ ਨੇ। ਪਰ ਉਹਨਾਂ ਨੂੰ ਨਾ ਲਿਖਣਾ ਆਉਂਦਾ ਹੁੰਦਾ, ਨਾ ਪੜ੍ਹਨਾ ਆਉਂਦਾ ਹੁੰਦਾ ਹੈ। ਇਹ ਰੱਬੀ ਦਾਤ ਹੈ। ਸੋ ਸਾਹਿਤ ਦੇ ਇਹ ਰੂਪ ਨੇ, ਸਭ ਤੋਂ ਉਤਲਾ ਰੂਪ ਹੈ ਸਾਹਿਤ ਦਾ ਕਵਿਤਾ। ਕਵਿਤਾ ਨੂੰ ਗਾਉਣਾ ਰਾਗ ਸੁਰ ਰਾਗ ਤਾਲ ਦੇ ਵਿੱਚ, ਇਹ ਉਸ ਤੋਂ ਅਗਲੀ ਚੀਜ਼ ਹੈ। ਤੇ ਗੁਰੂ ਸਾਹਿਬਾਨ ਭਗਤਾਂ ਨੇ ਇੰਨੀ ਕਿਰਪਾ ਕੀਤੀ ਹੈ ਕਿ ਉਹਨਾਂ ਨੇ ਸਾਨੂੰ ਸਾਹਿਤਕ ਰੂਪ ਜਿਹੜਾ ਕਵਿਤਾ ਆ ਉਹਦੇ ਰਾਹੀਂ ਨਿਰੰਕਾਰ ਦਾ ਉਪਦੇਸ਼ ਦਿੱਤਾ ਹੈ। ਤੇ ਭਗਤ ਜੀ ਕਬੀਰ ਜੀ ਕਹਿੰਦੇ ਨੇ ਲੋਕ ਜਾਣੇ ਉਹ ਗੀਤ ਹੈ, ਕਿਉਂਕਿ ਇਹ ਜੋ ਮੀਡੀਅਮ ਹੈ, ਜੋ ਮਾਧਿਅਮ ਹੈ, ਜਿਸ ਦੇ ਰਾਹੀਂ ਇਹ ਉਪਦੇਸ਼ ਸਾਡੇ ਰਾਹੀਂ ਆਇਆ ਵਾ, ਉਹ ਸਾਹਿਤ ਦਾ ਕਵਿਤਾ ਦਾ ਰੂਪ ਹੈ।
ਪਰ ਤੇ ਕਵਿਤਾ ਨੂੰ ਗੀਤ ਵੀ ਕਿਹਾ ਜਾਂਦਾ, ਗਾ ਕੇ ਜੋ ਸੁਣੀ ਪੜ੍ਹੀ ਜਾਵੇ, ਗਾ ਕੇ ਗਾਈ ਜਾਵੇ ਤੇ ਸਰੋਤੇ ਸੁਣਨ, ਇਹ ਉਹ। ਪਰ ਲੋਕ ਜਾਣਾ ਇਹ ਗੀਤ ਹੈ, ਸੋ ਲੋਕਾਂ ਦੀ ਦ੍ਰਿਸ਼ਟੀ ਸੂਝ ਸਮਝ ਦੇ ਅਨੁਸਾਰ ਇਹ ਗੀਤ ਨੇ, ਪਰ ਨਹੀਂ, ਇਹ ਤਾਂ ਬ੍ਰਹਮ ਵਿਚਾਰ। ਇਹਨਾਂ ਗੀਤਾਂ ਰਾਹੀਂ, ਇਹਨਾਂ ਸ਼ਬਦਾਂ ਰਾਹੀਂ, ਇਹਨਾਂ ਕਵਿਤਾਵਾਂ ਰਾਹੀਂ ਬ੍ਰਹਮ ਦੀ ਵਿਚਾਰ ਕੀਤੀ ਗਈ ਹੈ। ਆਤਮਾ ਤੇ ਪਰਮਾਤਮਾ ਦੇ ਰਿਸ਼ਤੇ, ਆਪਸ ਵਿੱਚ ਦੀ ਰਿਸ਼ਤਾ ਕੀ ਹੈ, ਉਹਦਾ ਵਰਣਨ ਕੀਤਾ ਗਿਆ, ਉਸ ਦੀ ਵਿਆਖਿਆ ਕੀਤੀ ਗਈ ਹੈ। ਮਨੁੱਖ ਨੇ ਸੰਸਾਰ ਦੇ ਵਿੱਚ ਦੁਨੀਆ ਸੇਵ ਪ੍ਰਾਣੀ, ਤੂੰ ਆਇਓ ਕਿਹ ਕੰਮ, ਲੱਗੋ ਕਿਤਕ ਫਕੜੇ, ਸਭ ਮੁਕਦੀ ਚੱਲੀ ਰਹਿਣ। ਇਹ ਜੀਵਨ ਰੂਪੀ ਰਾਤ ਜਿਹੜੀ ਹੈ ਮੁੱਕ ਚੱਲੀ ਹੈ, ਯਾਦ ਕਰ ਤੂੰ ਕਿਹੜੇ ਕੰਮ ਲਈ ਇਸ ਸੰਸਾਰ ਵਿੱਚ ਆਇਆ। ਤੇ ਉਹ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ, ਭਾਈ ਪ੍ਰਾਪਤ ਮਾਨਖ ਦੇਵਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਰੱਬ ਨੂੰ ਸਮਝਣਾ, ਰੱਬ ਨੂੰ ਆਪਣੇ ਅੰਦਰ ਅਨੁਭਵ ਕਰਨਾ, ਸਾਰੀ ਦ੍ਰਿਸ਼ਟੀ ਦੇ ਵਿੱਚੋਂ ਰੱਬ ਦੇਖਣਾ, ਤੇ ਇਹ ਸੰਤ ਕਾ ਮਾਰਗ ਧਰਮ ਕੀ ਪੌੜੀ, ਧਰਮ ਦੀ ਪੌੜੀ ਹੈ, ਸੰਤਾਂ ਦਾ ਰਾਹ ਦੱਸਿਆ ਹੋਇਆ, ਸੰਤਾਂ ਦਾ ਉਪਦੇਸ਼। ਪਰ ਹਰ ਕੋਈ ਨਹੀਂ ਇਹ ਪਾ ਸਕਦਾ, ਕੋਵਿਡ ਭਾਗੀ ਪਾਏ, ਵੱਡੀਆਂ ਭਾਗਾਂ ਵਾਲਾ ਹੀ ਕੋਈ ਪਾ ਸਕਦਾ ਹੈ। ਪੂਰਵ ਕਰਮ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ। ਕਿਉਂਕਿ ਕਈ ਜਨਮਾਂ ਦੇ ਚੰਗੇ ਕੀਤੇ ਹੋਏ ਕਰਮ ਜਿਹੜੇ ਕਿ ਗੁਪਤ ਦੱਬੇ ਹੋਏ ਹੁੰਦੇ ਨੇ, ਉਹ ਜਦੋਂ ਜਾਗਣ ਦਾ ਸਮਾਂ ਆਉਂਦਾ ਆ, ਉਹ ਪ੍ਰਗਟ ਹੁੰਦੇ ਨੇ ਨਾ ਜਦੋਂ, ਤੇ ਭੇਟਿਓ ਪੁਰਖ ਰਸਕ ਬੈਰਾਗੀ। ਉਹ ਫਿਰ ਕੋਈ ਰਸਕ ਗੁਰੂ ਨਾਨਕ ਸਾਹਿਬ ਵਰਗਾ ਪੁਰਸ਼ ਜਦੋਂ ਆਉਂਦਾ ਸੰਸਾਰ ਵਿੱਚ, ਉਹ ਫਿਰ ਤੁਹਾਨੂੰ ਉਹਦੀ ਕਿਰਪਾ ਦੇ ਨਾਲ, ਉਹਦੀ ਸੰਗਤ ਦੇ ਨਾਲ, ਉਹਦੇ ਬਚਨਾਂ ਦੇ ਨਾਲ, ਉਹਦੇ ਉਪਦੇਸ਼ਾਂ ਦੇ ਨਾਲ, ਉਹ ਫਿਰ ਪੁਰਾਣੇ ਕੀਤੇ ਹੋਏ ਚੰਗੇ ਕਰਮ ਜਿਹੜੇ ਆ ਉਹ ਪ੍ਰਗਟ ਹੋ ਜਾਂਦੇ ਨੇ। ਤੇ ਪ੍ਰਗਟ ਹੋ ਕੇ ਕੀ ਹੁੰਦਾ ਆ, ਭੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਕੀ ਸੋਈ ਜਾਗੀ। ਅਗਿਆਨ ਦਾ ਹਨੇਰਾ ਦੂਰ ਹੋ ਜਾਂਦਾ, ਗਿਆਨ ਦਾ ਚਾਨਣ ਹੋ ਜਾਂਦਾ, ਭਲਾਈ ਭਲੇ ਕੰਮ, ਧਰਮ ਦੇ ਕੰਮ, ਜਨਮਾਂ ਦੇ ਜਿਹੜੇ ਸੁੱਤੇ ਪਏ ਸਨ ਉਹ ਜਾਗ ਪੈਂਦੇ ਹਨ। ਸੋ ਆਰੰਭ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਜਿਵੇਂ ਆਪਾਂ ਸਾਰੇ ਜਾਣਦੇ ਹਾਂ ਕਿ ਜਪਜੀ ਸਾਹਿਬ, ਜਿਹਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਭਾਈ ਗੁਰਦਾਸ ਜੀ ਦੇ ਕਲਮ ਤੋਂ ਅੰਕਿਤ ਕਰਵਾਉਣਾ ਕੀਤਾ ਹੈ, ਉਹਦਾ ਨਾਂ ਜਪ ਰੱਖਿਆ, ਜਿਵੇਂ ਆਪਾਂ ਸ਼ੁਰੂ ਦੇ ਵਿੱਚ ਹੀ ਗੱਲ ਕੀਤੀ ਸੀ। ਆਰੰਭ ਹੁੰਦਾ ਆ ਇੱਕ ਓੰਕਾਰ। ਇਹ ਇੱਕ ਓੰਕਾਰ ਜਿਹੜਾ ਆ ਇਹ ਰੱਬ ਹੈ। ਇਹ ਓੰਕਾਰ, ਓਮ ਅੱਖਰ ਪਹਿਲਾਂ ਵੀ ਧਾਰਮਿਕ, ਇਹ ਹਿੰਦੁਸਤਾਨੀ ਭਾਰਤੀ ਧਾਰਮਿਕ ਸਾਹਿਤ ਦੇ ਵਿੱਚ ਆਮ ਹੀ ਹੈ। ਓਮ ਨਮੋ ਸ਼ਿਵਾਏ, ਓਮ ਨੂੰ ਪਵਿੱਤਰ, ਜੀ ਹਾਂ, ਪਵਿੱਤਰ ਸਤਿਕਾਰ ਵਜੋਂ ਵਰਤਿਆ ਜਾਂਦਾ ਸੀ। ਤੇ ਗੁਰੂ ਸਾਹਿਬ ਨੇ ਇਹਨੂੰ ਤਿੰਨ ਰੂਪਾਂ ਦੇ ਵਿੱਚ, ਤਿੰਨ ਭਾਗਾਂ ਦੇ ਵਿੱਚ ਵੰਡ ਕੇ ਉਚਾਰਨ ਹੁੰਦਾ। ਇੱਕ ਓੰਕਾਰ, ਇੱਕ ਏਕਾ ਓਮ, ਤੇ ਓਮ ਹੋ ਗਿਆ ਊੜਾ ਤੇ ਐੜਾ, ਤੇ ਕਾਰ ਉਹਦਾ ਪਿਛੇਤਰ ਲੱਗ ਗਿਆ। ਅਰਥਾਤ ਇਹ ਰੱਬ ਹੈ, ਤੇ ਰੱਬ ਦੇ ਵਿੱਚ ਸਰਬ ਸ਼ਕਤੀਆਂ ਹਨ, ਸਰਬ ਸ਼ਕਤੀਮਾਨ ਹੈ। ਤੇ ਕਿਹੜਾ ਰੱਬ? ਓਮ ਧੰਨ, ਓਮ ਨਮੋ ਸ਼ਿਵਾਏ ਵੀ ਓਮ ਕਹਿ ਸਤਕਾਰ, ਓਮ ਨਮਸਕਾਰ, ਕਈ ਥਾਈਂ ਕਈ ਰੂਪਾਂ ਵਿੱਚ ਕਈ ਅਰਥਾਂ ਵਿੱਚ ਆ ਸਕਦਾ। ਪਰ ਏਕਾ ਗੁਰੂ ਸਾਹਿਬ ਨੇ ਲਾਇਆ ਵੀ ਇੱਕ ਉਹ ਪਰਮਾਤਮਾ ਰੱਬ ਵਾਹਿਗੁਰੂ, ਜਿਹਨੂੰ ਸਾਰੇ ਲੋਕਾਂ ਨੇ ਵੱਖ-ਵੱਖ ਬੋਲੀਆਂ, ਵੱਖ-ਵੱਖ ਧਰਮਾਂ, ਵੱਖ-ਵੱਖ ਸਮਾਜਾਂ ਵਾਲਿਆਂ ਨੇ ਵੱਖ-ਵੱਖ ਨਾਵਾਂ ਨਾਲ ਯਾਦ ਕੀਤਾ। ਉਹ ਗੁਰਬਾਣੀ ਦੇ ਅਨੁਸਾਰ ਉਹ ਹੈ ਇੱਕ ਓੰਕਾਰ। ਤੇ ਅਗਲੇ ਗੱਲ ਆਈ ਇਹ, ਕਿਉਂਕਿ ਇਹਨੂੰ ਮੂਲ ਮੰਤਰ ਵੀ ਆਪਾਂ ਨੂੰ ਰਹਿਤ ਮਾਰਿਆ ਦਾ ਦਰੋੜਨ ਵੇਲੇ ਦੱਸਿਆ ਜਾਂਦਾ ਹੈ, ਤੇ ਇਹ ਮੰਗਲਾਚਰਨ ਦੇ ਰੂਪ ਦੇ ਵਿੱਚ ਵੀ ਹੈ, ਜਿਸ ਦੇ ਵਿੱਚ ਅਤ ਸੰਖੇਪਤਾ ਦੇ ਸਾਹਿਤ ਪਰਮਾਤਮਾ ਦੀ ਸਿਫਤ ਨੂੰ ਵਰਣਨ ਕੀਤਾ ਗਿਆ, ਅਤ ਸੰਖੇਪਤਾ ਦੇ ਨਾਲ। ਤੇ ਕਿਹਨੂੰ ਗੁਰੂ ਸਾਹਿਬ ਨੇ ਆਪਣੇ ਸਿੱਖਾਂ ਨੂੰ ਕਿਹੜੇ ਰੱਬ ਦਾ ਉਪਾਸ਼ਕ ਬਣਾਇਆ, ਕਿਹੜੇ ਰੱਬ ਦਾ ਅਸੀਂ ਭਗਤੀ ਕਰਨੀ ਆ, ਨਾਮ ਲੈਣਾ ਆ, ਕਿਹੜੇ ਰੱਬ ਨੂੰ ਅਸੀਂ ਮੰਨਣਾ, ਕਿਹ ਤੇ ਭਰੋਸਾ ਰੱਖਣਾ ਆ, ਉਹ ਇਹ ਸਿਫਤਾਂ ਵਾਲਾ ਹੈ। ਕਿਉਂਕਿ ਉਹਦੀ ਇੱਕ ਨਿਰਭਉ ਸਿਫਤ ਵੀ ਹੈ,
ਉਹਦੀ ਸੱਤ ਨਾਮ, ਮੁੱਢਲੇ ਤੌਰ ਤੇ ਉਹ ਸੱਤ ਹੈ, ਉਸ ਦਾ ਨਾਮ ਸੱਚਾ ਹੈ, ਉਹ ਦ੍ਰਿੜ ਹੈ, ਉਹ ਆਉਂਦਾ ਨਹੀਂ, ਉਹ ਜਾਂਦਾ ਨਹੀਂ, ਉਹ ਝੂਠ ਨਹੀਂ, ਉਹ ਮੌਜੂਦ ਹੈ, ਸਰਬ ਕਾਲਿਕ। ਸਤਨਾਮ ਉਸ ਦਾ ਨਾਮ, ਗੱਲ ਵੀ ਸੱਚਾ ਹੈ। ਤੇ ਕਰਤਾ ਪੁਰਖ, ਉਹ ਕਰਤਾ ਹੈ ਸਭ ਸ੍ਰਿਸ਼ਟੀ ਨੂੰ, ਕੋਟ ਬ੍ਰਹਿਮੰਡ ਕੋ ਠਾਕਰ ਸਮ। ਸਾਡੀ ਤੇ ਇੱਕ ਟਿਮਕਣਾ ਹੈ ਆ ਧਰਤੀ ਜਿਸ ਦੇ ਉੱਪਰ ਅਸੀਂ ਰਹਿ ਰਹੇ ਹਾਂ, ਇਹ ਇੱਕ ਜਿਸ ਯੂਨੀਵਰਸ ਦੇ ਵਿੱਚ ਅੱਜ ਦੀ ਬੋਲੀ, ਜਿਹਨੂੰ ਧਾਰਮਿਕ ਗ੍ਰੰਥਾਂ ਦੀ ਬੋਲੀ ਜੀ ਬ੍ਰਹਿਮੰਡ ਕਿਹਾ ਹੈ। ਅੰਡ ਮੀਨਸ ਆਂਡੇ ਵਾਂਗੂ ਗੋਲ ਹੈ, ਤੇ ਬ੍ਰਹਮ ਪਰਮਾਤਮਾ ਦਾ ਸਾਜਿਆ ਹੋਇਆ ਇਹ ਯੂਨੀਵਰਸ, ਜਿਸ ਦੇ ਵਿੱਚ ਅਣਗਿਣਤ ਧਰਤੀਆਂ ਨੇ। ਤੇ ਉਹਨਾਂ ਦੇ ਬਾਰੇ ਵਿਗਿਆਨਕ ਲੱਭ ਰਹੇ ਨੇ ਕਿ ਸ਼ਾਇਦ ਸਾਡੀ ਧਰਤੀ ਵਰਗੇ ਜਾਂ ਇਹਦੇ ਨਾਲੋਂ ਹੋਰ ਕਿਸੇ ਤਰ੍ਹਾਂ ਦੇ ਕੋਈ ਜੀਵ ਜੰਤ ਹੋ ਸਕਦੇ ਨੇ, ਉਹਨਾਂ ਦੀ ਸੰਭਾਵਨਾ ਹੈ, ਪਰ ਅਜੇ ਤੱਕ ਪਤਾ ਕੋਈ ਨਹੀਂ ਲੱਗਿਆ। ਕਿਆਸ ਅਰਾਈਆਂ ਕੀਤੀਆਂ ਜਾ ਰਹੀਆਂ ਨੇ। ਸੋ ਇੱਕ ਸਾਡੀ ਧਰਤੀ ਵਰਗੀਆਂ ਕਿੰਨੀਆਂ ਧਰਤੀਆਂ ਅਣਗਿਣਤ ਇੱਕ ਬ੍ਰਹਿਮੰਡ ਵਿੱਚ ਨੇ, ਤੇ ਬ੍ਰਹਿਮੰਡ ਕਿੰਨੇ ਨੇ, ਇਹ ਤੇ ਗੁਰੂ ਅਰਜਨ ਸਾਹਿਬ ਜੀ ਦੇ ਸ਼ਬਦਾਂ 'ਚ ਸਾਨੂੰ ਮੰਨਣਾ ਪਊਗਾ। ਕੋਟ ਬ੍ਰਹਿਮੰਡ ਕੋ ਠਾਕਰ ਸੁਆਮੀ, ਸਰਬ ਜੀਆਂ ਕਾ ਦਾਤਾਰੇ। ਕਰੋੜਾਂ ਹੀ, ਕਰੋੜ ਜਿੱਥੇ ਆਉਂਦਾ ਕੋਟ, ਕੋਟ ਇੱਕ ਤਾਂ ਕਿਲੇ ਦਾ ਨਾਂ ਆ, ਇੱਕ ਕੋਟ ਆਪਾਂ ਪਾਉਨੇ ਆ, ਇੱਕ ਕੋਟ ਗਿਣਤੀ ਆ ਕਰੋੜ ਦੀ, ਤੇ ਇੱਕ ਥਾਂ ਕੋਟ ਇਉਂ ਆਉਂਦਾ ਆ ਵੀ ਅਣਗਿਣਤ, ਗਿਣਤੀ ਮਿਣਤੀ ਤੋਂ ਰਹਿਤ। ਕਿੰਨੇ ਇਹੋ ਜਿਹੇ ਬ੍ਰਹਿਮੰਡ ਨੇ, ਉਹਨਾਂ ਨੂੰ ਸਾਰਿਆਂ ਨੂੰ ਸਾਜਣ ਵਾਲੀ ਇੱਕ ਸ਼ਕਤੀ ਕੌਣ ਆ? ਇੱਕ ਓਂਕਾਰ। ਤੇ ਉਹਦਾ ਸਾਰੇ ਇਹਨਾਂ ਬ੍ਰਹਿਮੰਡਾਂ ਦੇ ਵਿੱਚ ਧਰਤੀਆਂ ਦੇ ਉੱਪਰ ਵੇਖਣ ਵਾਲੇ ਜੀਵਾਂ ਜੰਤ ਨੂੰ ਉਹ ਸਾਰਿਆਂ ਨੂੰ ਸਾਜਦਾ ਹੈ। ਤੇ ਕੋਟ ਬ੍ਰਹਿਮੰਡ ਕੋ ਠਾਕਰ, ਮਾਲਕ ਵੀ ਹੈ, ਸਾਜਣ ਵਾਲਾ ਹੀ ਹੈ। ਸਰਬ ਜੀਆਂ ਕੋ ਦਾਨ, ਉਹ ਸਾਰਿਆਂ ਨੂੰ ਰੋਜ਼ਾਨਾ ਰੋਜ਼ੀ ਵੀ ਅਪਣਾਉਂਦਾ ਹੈ, ਕਿਉਂਕਿ ਉਹ ਇੰਨਾ ਮਿਹਰਬਾਨ ਹੈ। ਕਲਗੀਧਰ ਦੇ ਸ਼ਬਦਾਂ ਵਿੱਚ ਰੋਜ਼ ਹੀ ਰਾਜ਼, ਰਾਜ਼ ਮੀਨੇ ਭੇਤ, ਰੋਜ਼ ਹੀ ਰਾਜ਼ ਬਿਲੋਕਤ ਰਾਜ਼ਕ, ਰਿਜ਼ਕ ਦੇਣ ਵਾਲਾ, ਰੋਜ਼ ਹੀ ਰਾਜ਼ ਬਿਲੋਕਤ ਰਾਜ਼ਕ, ਰੋਖ ਰੂਹਾਨ ਕੀ ਰੋਜੀ ਨਾ ਟਾਰੇ। ਉਹ ਇੱਕ ਗ੍ਰੰਥਾਂ ਵਿੱਚ ਦੱਸਿਆ ਗਿਆ ਬੜਾ ਬਹੁਤ ਵੱਡਾ ਪੰਛੀ ਜਿਹੜਾ ਆਕਾਸ਼ ਵਿੱਚ ਹੀ ਰਹਿੰਦਾ ਆ, ਤੇ ਜਿਹੜਾ ਕਹਿੰਦੇ ਨੇ ਚੁੰਝ ਤੇ ਪੰਜਿਆਂ ਨਾਲ ਫੜ ਕੇ ਹਾਥੀ ਨੂੰ ਵੀ ਆਕਾਸ਼ 'ਤੇ ਲੈ ਕੇ ਜਾ ਸਕਦਾ ਆ। ਇਹੋ ਜਿਹੇ ਜੀਵਾਂ ਦੀ ਵੀ ਉਹ ਰੋਜੀ ਨਹੀਂ ਟਾਲਦਾ, ਤੇ ਪਾਪੀ ਜੀਵ ਵੀ ਕੋਈ ਹੋਵੇ ਉਹ ਉਪਜੀਵਕਾ ਵਿੱਚ ਫਰਕ ਨਹੀਂ ਪਾਉਂਦਾ। ਤੇ ਅੱਗੇ ਚੱਲੀਏ, ਕਰਤਾ ਪੁਰਖ, ਉਹ ਕਰਤਾ ਹਰਤਾ ਹੈ, ਤੇ ਉਹਨੂੰ ਕੋਈ ਵਿਅਕਤੀ ਸੱਜਣ ਇਸਤਰੀ ਦੇਵੀ ਦੇ ਰੂਪ ਦੇ ਵਿੱਚ ਪੂਜਦੇ ਨੇ, ਪਰ ਇੱਥੇ ਗੁਰਬਾਣੀ ਦੇ ਵਿੱਚ ਉਸ ਦਾ ਰੂਪ ਪੁਰਖ ਦੇ ਰੂਪ ਦੇ ਵਿੱਚ ਚਿਤਵਿਆ ਗਿਆ, ਪੁਰਖ ਦੇ ਰੂਪ ਵਿੱਚ ਦੱਸਿਆ ਗਿਆ ਕਿ ਉਹ ਕਰਤਾ ਹੈ, ਸਾਜਣਹਾਰ ਹੈ, ਉਪਜੀਵਕਾ ਦੇਣ ਵਾਲਾ ਹੈ, ਸਰਬ ਜੀਆਂ ਕੋ ਦਾਨ ਪ੍ਰਭ ਦੇਤਾ ਹੈਗਾ, ਤੇ ਉਹ ਪੁਰਖ ਦੇ ਰੂਪ ਦੇ ਵਿੱਚ ਹੈ। ਫਿਰ ਅੱਗੇ ਆਉਂਦੇ ਨਿਰਭਉ, ਉਸ ਨੂੰ ਕਿਸੇ ਦਾ ਵੀ ਭਉ ਨਹੀਂ, ਕਿਉਂਕਿ ਉਹਦੇ ਕੋਈ ਬਰਾਬਰ ਹੋਵੇ ਜਾਂ ਉਸ ਤੋਂ ਕੋਈ ਉੱਪਰ ਹੋਵੇ ਤੇ ਤਾਂ ਹੀ ਉਹ ਕਿਸੇ ਦਾ ਭਉ ਮੰਨੇ ਨਾ। ਸੋ ਜਿਹਨੂੰ ਅਸੀਂ ਭੈ ਕਹਿ ਦਿੰਦੇ ਆ, ਉਹ ਭਉ ਹੋ ਗਿਆ। ਭੈ ਡਰ, ਇਸ ਦਾ ਮਤਲਬ ਹੈ ਡਰ। ਉਸ ਦੇ ਉੱਪਰ ਕਿਸੇ ਦਾ ਵੀ ਡਰ ਨਹੀਂ। ਸੋ ਇਹੋ ਜਿਹੇ ਨਿਡਰ, ਨਿਰਭਉ, ਸਰਬ ਸ਼ਕਤੀਮਾਨ ਦਾ ਅਸੀਂ ਉਪਾਸ਼ਕ ਜੇ ਬਣ ਜਾਈਏ, ਅਸੀਂ ਜੇ ਉਸ ਦੇ ਪੈਰੋਕਾਰ, ਜੇ ਅਸੀਂ ਉਸ ਦੇ ਸਿਮਰਨ ਕਰੀਏ, ਤਾਂ ਸਾਨੂੰ ਵੀ, ਅਸੀਂ ਵੀ ਨਿਰਭਉ ਹੋ ਸਕਦੇ ਹਾਂ। ਕਿਉਂਕਿ ਬਾਣੀ ਸਪਸ਼ਟ ਕਹਿੰਦੀ ਹੈ, ਨਿਰਭਉ ਜਪੈ ਸਗਲ ਭਉ ਮਿਟੈ। ਜੋ ਪਰਮਾਤਮਾ ਨਿਰਭਉ ਨੂੰ ਜਪਦਾ ਹੈ, ਉਸ ਨੂੰ ਯਾਦ ਕਰਦਾ ਹੈ, ਉਸ ਦਾ ਸਿਮਰਨ ਕਰਦਾ ਹੈ, ਉਸ ਦੇ ਸਾਰੇ ਹੀ ਭਉ ਅਰਥਾਤ ਡਰ ਦੂਰ ਹੋ ਜਾਂਦੇ ਨੇ। ਨਹੀਂ ਤੇ ਸੰਸਾਰ ਦੇ ਵਿੱਚ ਜੀਵ ਕਿੰਨੇ ਡਰਾਂ ਦੇ ਵਿੱਚ ਵਿਚਰ ਰਿਹਾ। ਦੇਖੋ, ਹੈਰਾਨੀ ਹੋ ਜਾਂਦੀ ਹੈ ਕਿ ਆਪਾਂ ਆਪਣੇ ਆਪ ਨੂੰ ਅਸ਼ਰਫੁਲ ਮਖਲੂਕਾਤ ਕਹਿੰਦੇ ਆ ਕਿ ਸ਼੍ਰੋਮਣੀ ਹੈ, ਪਰ ਕਦੀ ਆਪਾਂ ਕਿਸੇ ਹੋਰ ਜਾਨਵਰ ਦੀ ਰਾਏ ਲਈ ਆ, ਪੁੱਛਿਆ ਵੀ ਉਹ ਸਾਨੂੰ ਸ਼੍ਰੋਮਣੀ ਮੰਨਣ ਲਈ ਤਿਆਰ ਆ? ਇਹ ਸ਼ੰਕੇ ਵਾਲੀ ਗੱਲ ਹੋ ਸਕਦੀ ਹੈ। ਪਰ ਜੇ ਅਸੀਂ ਕੁਦਰਤੀ ਸੂਝਵਾਝ ਕਹੀਏ ਤੇ ਬਹੁਤ ਸਾਰੇ ਜਾਨਵਰ, ਇੱਥੋਂ ਤੱਕ ਕਿ ਦਰਖਤ ਵਗੈਰਾ ਵੀ ਉਹਨਾਂ ਗੱਲਾਂ ਨੂੰ ਭਾਂਪ ਲੈਂਦੇ ਨੇ, ਚੰਗੀਆਂ ਮਾੜੀਆਂ ਨੂੰ, ਜਿਹੜੀਆਂ ਅਸੀਂ ਅਜੇ ਤੱਕ ਸਮਝ ਲਓ ਕਿ ਲੈਬਾਰਟਰੀਆਂ ਦੇ ਵਿੱਚ ਵੀ ਪਰਖ ਕੇ ਵੀ ਸਾਬਤ ਨਹੀਂ ਕਰ ਸਕੇ।
ਭੁਚਾਲ ਆਉਣਾ ਹੈ, ਪਹਿਲਾਂ ਹੀ ਧਰਤੀ ਦੇ ਵਿੱਚੋਂ ਚੂਹੇ ਭੱਜਣੇ ਸ਼ੁਰੂ ਕਰ ਦਿੰਦੇ ਨੇ, ਕੁੱਤੇ ਭੌਂਕਣੇ ਸ਼ੁਰੂ ਕਰ ਦਿੰਦੇ ਨੇ, ਡੰਗਰ ਵੱਜੇ ਹੋਏ ਰੱਸੇ ਤੜਾਉਣੇ ਸ਼ੁਰੂ ਕਰ ਦਿੰਦੇ ਨੇ। ਸਾਨੂੰ ਉਦੋਂ ਪਤਾ ਲੱਗਦਾ ਜਦੋਂ ਗੜਗੜ ਗੜਗੜ ਕਰਕੇ ਤੇ ਛੱਤ ਨਾਲ ਡਿੱਗ ਪਏ, ਅਸੀਂ ਬਾਹਰ ਨੂੰ ਭੱਜਦੇ ਹਾਂ। ਸੋ ਇਸ ਲਈ ਪਰ ਗਾਂ ਅਗਲੀ ਬਾਤ ਹੈ, ਕਿਉਂਕਿ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਹੋਣ ਕਰਕੇ ਇਹ ਸਰਬ ਉੱਚ ਹੈ ਸਾਰੇ ਜੀਵਾਂ ਦੇ ਵਿੱਚੋਂ। ਗੁਰਬਾਣੀ ਸਪਸ਼ਟ ਕਹਿੰਦੀ ਹੈ, ਇਸ ਧਰਤੀ ਮੈਂ ਤੇਰੀ ਸਿਕਦਾਰੀ, ਅਵਰ ਜੋਨ ਤੇਰੀ ਪਨਿਹਾਰੀ। ਪਹਿਲੀ ਤੋਂ ਕਹਿੰਦੇ ਅਵਰ ਜੋਨ ਤੇਰੀ ਪਨਿਹਾਰੀ, ਬਾਕੀ ਜੂਨਾ ਤੇਰੀਆਂ ਤੇਰੀ ਸੇਵਾ ਵਿੱਚ ਨੇ, ਤੇ ਇਹ ਤੇ ਇਸ ਧਰਤੀ ਦੇ ਉੱਪਰ ਤੇਰੀ ਸਿਕਦਾਰੀ ਹੈ, ਤੇਰੀ ਚੌਧਰਤਾ ਹੈ, ਤੂੰ ਸਭ ਤੋਂ ਸ਼੍ਰੋਮਣੀ ਹੈ। ਤੋ ਜਿਸ ਤੇ ਬਾਣੀ ਦੀ ਮੋਹਰ ਲੱਗ ਗਈ, ਇਸ ਲਈ ਆਪਾਂ ਨੂੰ ਮੰਨਣਾ ਪਵੇਗਾ ਕਿ ਅਸੀਂ ਮਨੁੱਖਾ ਦੇਹੀ ਜਿਹੜੀ ਹੈ, ਇਹ ਇਸ ਦੇਹੀ ਕੋ ਸਿਮਰਿਆ ਦੇਵ ਸੋ ਦੇਹੀ ਭਜ ਹਰ ਕੀ ਸੇਵ। ਦੇਵਤੇ ਵੀ ਸਵਰਗ ਵਿੱਚ ਜਾ ਕੇ ਉਹ ਵੀ ਚਾਹੁੰਦੇ ਆ ਕਿ ਸਾਨੂੰ ਮਨੁੱਖਾ ਜਨਮ ਮਿਲੇ, ਤੇ ਉਸ ਮਨੁੱਖਾ ਜਨਮ ਚ ਅਸੀਂ ਰੱਬ ਦੀ ਸਿਮਰਨ ਕਰੀਏ, ਤੇ ਅਸੀਂ ਉਸ ਦੇ ਵਿੱਚ ਅਭੇਦ ਹੋ ਜਾਈਏ, ਅਰਥਾਤ ਸਾਨੂੰ ਮੁਕਤੀ ਪ੍ਰਾਪਤ ਹੋ ਜਾਏ। ਪਰ ਕਬੀਰ ਜੀ ਕਹਿੰਦੇ ਨੇ, ਮੁਕਤ ਬਪੜੀ ਵੀ ਗਿਆਨੀ ਤਿਆਗੇ। ਸੰਸਾਰ ਦਾ ਰਾਜ ਭਾਗ ਤਿਆਗਣ ਵਾਲੇ ਮੁਕਤੀ ਵਾਸਤੇ ਜੰਗਲਾਂ ਨੂੰ ਤਪੱਸਿਆ ਕਰਨ ਤੁਰ ਜਾਂਦੇ ਆ, ਪਰ ਭਗਤ ਕਬੀਰ ਜੀ ਕਹਿੰਦੇ ਨੇ ਗਿਆਨਵਾਨ ਪੁਰਸ਼ ਜਿਹੜਾ ਆ, ਉਹ ਤਾਂ ਮੁਕਤੀ ਨੂੰ ਵੀ ਵਿਚਾਰੀ ਸਮਝ ਕੇ ਤਿਆਗ ਦਿੰਦਾ ਹੈ, ਉਸ ਦੇ ਪਿੱਛੇ ਵੀ ਨਹੀਂ ਜਾਂਦਾ। ਸੋ ਗੱਲ ਚੱਲੀ ਸੀ ਕਿ ਅਸੀਂ ਮਨੁੱਖ ਜਿਹੜਾ ਆ ਉਹ ਅਸ਼ਰਫੁਲ ਮਖਲੂਕਾਤ ਹੈ, ਭਾਵ ਸ਼੍ਰੋਮਣੀ ਹੈ, ਪਰ ਜਿੰਨਾ ਅਸੀਂ ਜ਼ਿਆਦਾ ਚੇਤਾਨੇ ਆ, ਓਨੇ ਹੀ ਅਸੀਂ ਡਰਾਂ ਦੇ ਅਧੀਨ ਆ। ਕਿਸੇ ਵੀ ਜਾਨਵਰ ਨੂੰ ਵੇਖ ਲਓ, ਉਹਨੂੰ ਇੰਨਾ ਡਰ ਹੈਗਾ ਜਿੰਨਾ ਸਾਨੂੰ ਡਰ ਆ। ਕਿੰਨੇ ਪ੍ਰਕਾਰ ਦੇ ਡਰਾਂ ਵਿੱਚ ਵਿਚਰਦੇ ਆ। ਭਗਤ ਕਬੀਰ ਜੀ ਨੇ ਗੁਰਬਾਣੀ ਤੇ ਸਾਨੂੰ ਇਹ ਦੱਸਦੀ ਆ ਮੋਟੇ ਤੌਰ ਤੇ ਕਿ ਸਰਵਰ ਪੰਖੀ ਹੇਕੜੋ, ਇਸ ਸੰਸਾਰ ਰੂਪੀ ਸਰੋਵਰ ਦੇ ਉੱਪਰ ਜੀਵ ਰੂਪ ਇੱਕ ਪੰਛੀ ਹੈ ਮਨੁੱਖ, ਫਾਹੀ ਵਾਲ 50, ਇਹਨੂੰ ਫਾਉਣ ਵਾਲੇ, ਇਹਨੂੰ ਕਾਬੂ ਕਰਨ ਵਾਲੇ, ਇਹਨੂੰ ਮਾਰਨ ਵਾਲੇ ਤੇ 50 ਨੇ। ਉਹਨਾਂ ਨੇ ਮੋਟੇ ਤੌਰ ਤੇ ਫਾਹੀ ਵਾਲ 50 ਕਿਹਾ ਗੁਰਬਾਣੀ ਦੇ ਵਿੱਚ। ਪਰ ਆਪਾਂ ਸੋਚ ਲਈਏ ਕਿੰਨੇ ਡਰਾਂ ਦੇ ਅਧੀਨ ਮਨੁੱਖ ਵਿਚਰਦਾ। ਹਨੇਰੇ ਦਾ ਡਰ, ਸੱਪ ਦਾ ਡਰ, ਚੋਰ ਦਾ ਡਰ, ਡਾਕੂ ਦਾ ਡਰ, ਲੁਟੇਰੇ ਦਾ ਡਰ, ਮੌਤ ਦਾ ਡਰ, ਬੁਢੇਪੇ ਦਾ ਡਰ, ਬੇਰੁਜ਼ਗਾਰੀ ਦਾ ਡਰ, ਬਿਮਾਰੀ ਦਾ ਡਰ, ਸਮਾਜ ਦਾ ਡਰ, ਰਿਸ਼ਤੇਦਾਰਾਂ ਦਾ ਡਰ, ਬੱਚਿਆਂ ਦੇ ਬਾਰੇ ਫਿਕਰ, ਮਾਤਾ ਪਿਤਾ ਬਾਰੇ ਫਿਕਰ, ਜਾਂ ਆਪਣੇ ਬਾਰੇ ਫਿਕਰ। ਕਿੰਨੇ ਫਿਕਰਾਂ, ਕਿੰਨੇ ਡਰਾਂ ਦੇ ਅਧੀਨ ਅਸੀਂ ਵਿਚਰਦੇ ਹਾਂ। ਹੁਣ ਵੇਖ ਲਓ, ਹੁਣ ਨਵੇਂ ਦੇਸ਼ ਦੇ ਵਿੱਚ ਆਪਣਾ ਸਮਝ ਲਓ ਇਨਕਮ ਟੈਕਸ ਵਾਲਾ ਦਾ ਡਰ, ਕਿੰਨੇ ਡਰ। ਹੁਣ ਆਪਾਂ ਨੂੰ ਸਾਰੀ ਦੁਨੀਆ ਜਿਹੜੇ ਕਰੋਨਾ ਦੇ ਡਰ ਦੇ ਅਧੀਨ ਸਾਰੀ ਹੇਠਲੇ ਉੱਤੇ ਆਈ ਪਈ ਹੈ। ਅਸੀਂ ਕਿਵੇਂ ਡਰ ਰਹੇ ਹਾਂ, ਜੀਵ ਕੰਬ ਰਹੇ ਨੇ ਕਰੋਨਾ ਤੋਂ। ਵੱਡੇ ਮੁਲਕ ਦਾ ਉਹ ਜਿਹੜਾ ਆਪਣੇ ਆਪ ਨੂੰ ਸਾਰੀ ਦੁਨੀਆ ਦਾ ਥਾਣੇਦਾਰ ਸਮਝਦਾ ਅਮਰੀਕਾ, ਉਹਦਾ ਪ੍ਰਧਾਨ ਤੱਕ ਉਹਨਾਂ ਨੂੰ ਸਮਝ ਨਹੀਂ ਲੱਗਦਾ ਵੀ ਅਸੀਂ ਕੀ ਕਰੀਏ। ਸੋ ਇਹ ਮਹਾਰਾਜਾ ਪਰਜਾ ਸਮਕਰ ਮਾਰੇ, ਐਸੋ ਕਾਲ ਬਿਡਾਨੀ ਰੇ। ਇਹੋ ਜਿਹਾ ਭਿਆਨਕ ਕਾਲ ਆ ਕਿ ਉਹ ਨਾ ਰਾਜੇ ਤਮੀਜ਼ ਕਰਦਾ ਤੇ ਨਾ ਪ੍ਰਜਾ ਵਿੱਚ ਤਮੀਜ਼ ਕਰਦਾ। ਜਦੋਂ ਜਿਨਕੀ ਚੀਰੀ ਦਰਗਹਿ ਪਾਟੀ, ਤਿੰਨਾ ਮਰਣਾ ਭਾਈ, ਨਹਿ ਬਾਰਕ ਨਹਿ ਜੋਬਨ ਨਹਿ ਬਿਰਦੀ ਕਛ ਬੰਦ, ਉਹ ਬੇਰਾ ਨੇ ਬੂਝਈ ਜੋ ਆਏ ਪਰ ਜਮ ਫੰਦ। ਉਹ ਪਤਾ ਨਹੀਂ ਲੱਗਣਾ ਕਿਹੜੇ ਵੇਲੇ ਜਮ ਦੀ ਫਾਈ ਆ ਕੇ ਪੈ ਜਾਣੀ ਹੈ। ਉਹਨੇ ਬੱਚਾ ਨਹੀਂ, ਇਹਨੇ ਨਾ ਬੱਚਾ ਵੇਖਣਾ ਆ ਨਾ ਬਜ਼ੁਰਗ ਵੇਖਣਾ ਆ। ਉਹ ਤਾਂ ਭਾਈ ਜਿੰਨੀ ਲਿਖੀ ਆ, ਜਿੰਨੇ ਸਵਾਸ ਨੇ ਉਹਨੇ ਭੋਗਣਾ ਹੀ ਆ। ਸੋ ਕਹਿਣ ਤੋਂ ਭਾਵ ਕਿ ਆਪਾਂ ਰਾਤ ਦਿਨੇ ਡਰਾਂ ਦੇ ਅਧੀਨ ਵਿਚਰ ਰਹੇ ਹਾਂ। ਹੁਣ ਦੇਖੋ ਇੰਨਾ ਸਾਡੇ ਤੇ ਡਰ ਹਾਵੀ ਹੋ ਗਿਆ ਹੈ ਕਿ ਪਤਾ ਲੱਗ ਜਵੇ ਵੀ ਫਲਾਣੇ ਨੂੰ ਕਰੋਨੇ ਦੀ ਬਿਮਾਰੀ ਹੈ ਤੇ ਅਸੀਂ ਉਸ ਦੇ ਨੇੜੇ ਨਹੀਂ ਜਾਂਦੇ, ਸੰਭਾਲ ਨਹੀਂ ਕਰਦੇ। ਤੁਹਾਨੂੰ ਉਹ ਡਾਕਟਰ ਨੇ ਜਿਹੜੇ ਭਾਵੇਂ ਪ੍ਰੋਟੈਕਟਿਵ ਕਲੋਥਸ ਪਾ ਕੇ, ਉਹ ਵਰਦੀਆਂ ਪਾ ਕੇ, ਪੀਪੀ ਵਾਲੀਆਂ ਹੀ ਇਲਾਜ ਕਰਦੇ ਨੇ, ਪਰ ਫਿਰ ਵੀ ਧੰਨ ਉਹਨਾਂ ਦਾ ਜੀਰਾ ਆ। ਜਿਸ ਮਾਂ ਬਾਪ ਮਰ ਰਹੇ ਦੇ ਮੂੰਹ 'ਚ ਪਾਣੀ ਪਾਉਣ ਲਈ ਪੁੱਤ ਧੀ ਨਹੀਂ ਲਾਗੇ ਜਾਂਦਾ, ਬੱਚਾ ਬਿਮਾਰੀ ਨਾਲ ਪੀੜਤ ਹੈ, ਮਾਂ ਪਿਓ ਨੇੜੇ ਨਹੀਂ ਜਾਂਦੇ, ਤੇ ਉਸ ਸਮੇਂ ਦੇ ਵਿੱਚ ਕਿੰਨਾ ਸਾਨੂੰ ਡਰ ਹੈ ਆਪਣੇ ਆਪ ਨੂੰ। ਤੇ ਜੇ ਉਸ ਦੇ ਭਾਣੇ ਅੰਦਰ ਇਸ ਬਿਮਾਰੀ ਦੇ ਨਾਲ ਸਰੀਰ ਛੱਡ ਜਾਂਦਾ ਹੈ, ਚਾਹੇ ਸਾਡਾ ਪੁੱਤ ਆ, ਚਾਹੇ ਧੀ ਹੈ,
ਚਾਹੇ ਭਰਾ ਆ, ਚਾਹੇ ਮਿੱਤਰ ਆ, ਚਾਹੇ ਸਾਡੀ ਮਾਂ ਆ ਜਨਮ ਦੇਣ ਵਾਲੀ, ਚਾਹੇ ਸਾਡਾ ਬਾਪ ਆ ਪਾਲਣਾ ਕਰਨ ਵਾਲਾ, ਅਸੀਂ ਉਹਨਾਂ ਦੀਆਂ ਅੰਤਮ ਰਸਮਾਂ ਵਿੱਚ ਵੀ ਡਰਦੇ ਮਾਰੇ ਸ਼ਾਮਲ ਨਹੀਂ ਹੁੰਦੇ। ਇਹਨਾਂ ਡਰ ਸਾਡੇ ਉੱਪਰ ਹਾਵੀ ਹੋ ਚੁੱਕਿਆ ਹੋਇਆ ਹੈ ਇਹਨਾਂ ਦਿਨਾਂ ਦੇ ਵਿੱਚ, ਪਿਛਲੇ 3-4 ਮਹੀਨਿਆਂ ਤੋਂ। ਸੋ ਕਹਿਣ ਤੋਂ ਭਾਵ ਇਹ ਕਿ ਰਾਤ ਦਿਨੇ ਡਰ ਦੇ ਵਿੱਚ, ਭਉ ਦੇ ਵਿੱਚ ਮਨੁੱਖ ਵਿਚਰਿਆ, ਤੇ ਇਸ ਨੂੰ ਭਉ ਰਹਿਤ ਕਰਨ ਲਈ ਸਤਿਗੁਰੂ ਸਾਹਿਬਾਨ ਨੇ ਕਿਹਾ ਕਿ ਉਸ ਦਾ ਸਿਮਰਨ ਕਰੋ, ਉਸ ਦੇ ਉੱਪਰ ਭਰੋਸਾ ਕਰੋ ਜਿਹੜਾ ਨਿਰਭਉ ਹੈ, ਜਿਸ ਨੂੰ ਕਿਸੇ ਦਾ ਡਰ ਨਹੀਂ। ਜੇ ਤੁਸੀਂ ਨਿਰਭਉ ਜਪੋਗੇ ਤਾਂ ਤੁਹਾਡੇ ਸਾਰੇ ਭਉ ਜਿਹੜੇ ਆ ਉਹ ਦੂਰ ਹੋ ਜਾਣਗੇ। ਅਗਲੀ ਬਾਤ, ਨਿਰਵੈਰ। ਉਸ ਦਾ ਕਿਸੇ ਦੇ ਨਾਲ ਵੀ ਵੈਰ ਨਹੀਂ, ਕਿਉਂਕਿ ਉਹ ਤੇ ਆਪ ਸਾਜਣ ਵਾਲਾ। ਅਸੀਂ ਆਪਣੇ ਬੱਚਿਆਂ ਨਾਲ ਵੈਰ ਕਰਦੇ ਹਾਂ, ਅਸੀਂ ਆਪਣੇ ਸ਼ਾਗਿਰਦਾਂ ਨਾਲ ਵੈਰ ਕਰਦੇ ਹਾਂ, ਜਿਹੜੇ ਸਾਡੇ ਆਪਣੇ ਆ ਅਸੀਂ ਉਹਦੇ ਨਾਲ ਵੈਰ ਨਹੀਂ ਕਰਦੇ। ਤੇ ਪਰਮਾਤਮਾ ਦੇ ਅਸੀਂ ਸਾਰੇ ਧੀਆਂ ਪੁੱਤਰ ਆ, ਬੱਚੇ ਬੱਚੀਆਂ ਆ। ਉਹ ਤਾਂ ਭਾਈ ਸਾਡਾ ਸਾਰਿਆਂ ਦਾ ਪਿਤਾ ਆ, ਸਾਰਿਆਂ ਦਾ ਮਾਲਕ ਆ, ਸਾਰਿਆਂ ਦਾ ਪਤੀ ਹੈ। ਇਸ ਜਗ ਮੈਂ ਪੁਰਖ ਏਕ ਹੈ, ਇਸ ਸੰਸਾਰ ਦੇ ਵਿੱਚ ਇੱਕੋ ਹੀ ਪੁਰਖ ਹੈ ਪਰਮਾਤਮਾ, ਹੋਰ ਸਗਲੀ ਨਾਰ ਸਭਾਈ। ਅਸੀਂ ਹਮ ਸ਼ਹਿ ਕੇਰੀਆਂ ਦਾਸੀਆਂ, ਸੋਈ ਖਸਮ ਹਮਾਰਾ। ਅਸੀਂ ਉਸ ਦੀਆਂ ਦਾਸੀਆਂ, ਅਸੀਂ ਉਸ ਦੀਆਂ ਪਤਨੀਆਂ ਦੇ ਰੂਪ ਦੇ ਵਿੱਚ ਆ। ਇਹ ਕਿਉਂਕਿ ਪਰਮਾਤਮਾ ਨੂੰ ਭਗਤ ਨਵੇਂ ਪ੍ਰਕਾਰਾ, 9 ਪ੍ਰਕਾਰ ਦੀ ਭਗਤੀ ਦੇ ਨਾਲ ਉਸ ਦੇ ਜਿਹੜੇ ਉਪਾਸ਼ਕ ਭਗਤ ਉਹਨੇ ਕਰਦੇ ਨੇ, ਉਹਨਾਂ ਦੇ ਵਿੱਚੋਂ ਇੱਕ ਇਹ ਵੀ ਹੈ, ਉਸ ਨੂੰ ਪਤੀ ਤਸੱਵਰ ਕੇ, ਆਪਣੇ ਆਪ ਨੂੰ ਪਤਨੀ ਤਸੱਵਰ ਕਰਕੇ ਉਸ ਦੇ ਨਾਲ ਪਿਆਰ ਭਗਤੀ ਕਰਨੀ। ਫਿਰ ਦੂਜਾ, ਉਸ ਨੂੰ ਪਿਤਾ ਦੇ ਰੂਪ ਵਿੱਚ ਕਲਪ ਕੇ, ਆਪ ਪੁੱਤਰ ਧੀ ਦੇ ਰੂਪ ਵਿੱਚ ਕਲਪ ਕੇ ਭਗਤੀ ਕਰਨੀ। ਸਖਾ ਭਾਵ, ਆਪਣਾ ਉਸ ਨੂੰ ਮਿੱਤਰ ਜਾਣ ਕੇ ਭਗਤੀ ਕਰਨੀ। ਤੇ ਗੁਰਮਤਿ ਦੇ ਅਨੁਸਾਰ ਭਗਤੀ ਦਾ ਇਹਨਾਂ ਨਾਵਾਂ ਵਿੱਚੋਂ ਸਭ ਤੋਂ ਸ਼੍ਰੋਮਣੀ ਰੂਪ ਹੈ ਕੀਰਤੀ। ਉਸ ਦਾ ਕੀਰਤਨ ਕਰਨਾ, ਜਸ ਗਾਉਣਾ। ਜੋ ਬਾਣੀ ਦੇ ਵਿੱਚ ਪਰਮਾਤਮਾ ਦਾ ਜਸ ਲਿਖਿਆ ਗਿਆ ਆ, ਉਸ ਨੂੰ ਸੁਰ, ਰਾਗ, ਤਾਲ, ਸਾਜ਼ ਦੀ ਸਹਾਇਤਾ ਦੇ ਨਾਲ ਗਾ ਕੇ ਆਪ ਆਨੰਦ ਮਾਣਨਾ ਤੇ ਸਰੋਤਿਆਂ ਨੂੰ ਆਨੰਦ ਦੇਣਾ, ਇਹ ਸਭ ਤੋਂ ਉੱਤਮ ਭਗਤੀ ਦਾ ਰੂਪ ਗੁਰਮਤਿ ਦੇ ਵਿੱਚ ਮੰਨਿਆ ਗਿਆ ਹੈ। ਇਸ ਲਈ 1430 ਪੰਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀ ਤਕਰੀਬਨ ਜਪਜੀ ਸਾਹਿਬ ਦੇ ਉੱਪਰ ਰਾਗ ਦਾ ਸਿਰਲੇਖ ਨਹੀਂ ਹੈ, ਪਰ ਬਾਕੀ ਸੁਣੋ ਵੀ ਇਸ ਰਾਗ ਦੇ ਵਿੱਚ ਗਾਉਣਾ ਆ। ਇੱਕ ਹੁੰਦਾ ਘਰ, ਘਰ ਪਹਿਲਾ ਜਾਂ ਘਰ 17ਵਾਂ ਜਾਂ ਘਰ 12ਵਾਂ, ਘਰ 5ਵਾਂ। ਉਹਦਾ ਆ ਅੱਜ ਤੱਕ ਪੂਰਾ ਤਸੱਲੀ ਨਾਲ ਤੇ ਭਰੋਸੇ ਨਾਲ ਨਹੀਂ ਕਹਿ ਸਕਿਆ ਕੋਈ, ਪਰ ਜਿੱਥੋਂ ਤੱਕ ਮੇਰਾ ਅੰਦਾਜ਼ਾ ਆ ਭਈ ਜਿਹੜਾ ਘਰ ਹੈ ਨਾ, ਘਰ ਪਹਿਲਾ, ਘਰ ਦੂਜਾ, ਘਰ ਤੀਜਾ, ਇਹ ਕੋਈ ਤਾਲ ਵਾਲਾ ਇਸ਼ਾਰਾ ਆ। ਕਿਉਂਕਿ ਸਮੇਂ ਦੇ ਨਾਲ ਜਿਵੇਂ ਜਿਵੇਂ ਬੋਲੀ ਬਦਲਦੀ ਹੈ, ਤਿਵੇਂ ਤਿਵੇਂ ਸੰਗੀਤ ਦੀ ਪਰਿਭਾਸ਼ਾ, ਸੰਗੀਤ ਦੇ ਰਾਗਾਂ ਦੇ ਰੂਪ, ਤਾਲਾਂ ਦੇ ਨਾਂ ਸਮੇਂ ਦੇ ਨਾਲ ਬਦਲਦੇ ਆ ਰਹੇ ਆ। ਹੋ ਸਕਦਾ ਜਦੋਂ ਘਰ ਤੀਜਾ ਲਿਖਿਆ ਜਾਂਦਾ, ਅੱਜ ਜਿਹਨੂੰ ਅਸੀਂ 3 ਤਾਲ ਕਹਿੰਦੇ ਆ, ਉਹ ਘਰ ਤੀਜਾ ਹੋਵੇ। ਘਰ ਪਹਿਲਾ ਜਿੱਥੇ ਲਿਖਿਆ ਜਾਂਦਾ, ਕੀ ਪਤਾ ਉਹ ਯੱਕਾ, ਜਿਹਨੂੰ ਯੱਕ ਤਾਲ, ਯੱਕਾ ਇੱਕ ਤਾਲਾ ਅਸੀਂ ਕਹਿੰਦੇ ਆ 12 ਮਾਤਰਾ ਦਾ, ਉਹਦੇ ਵੱਲ ਇਸ਼ਾਰਾ ਹੋਵੇ ਕਿ ਭਾਈ ਇਸ ਨੂੰ ਸੋਰਠ ਸ੍ਰੀ ਰਾਗ ਦੇ ਵਿੱਚ ਗਾਉਣਾ ਤੇ ਤਾਲ ਨਾਲ ਇੱਕ ਤਾਲਾ ਵਜਾਉਣੀ ਆ। ਇਸ ਨੂੰ ਸੋਰਠ ਰਾਗ ਦੇ ਵਿੱਚ ਗਾਉਣਾ ਆ। ਤੇ ਘਰ ਤੀਜਾ, ਇਹਨੂੰ 3 ਤਾਲ ਦੇ ਵਿੱਚ ਬੰਦਿਸ਼ ਹੈ। 3 ਤਾਲ, ਰਾਗ ਸੋਰਠ ਆ ਤੇ 3 ਤਾਲ ਦੇ ਵਿੱਚ ਆ। ਸੋ ਇਸ ਲਈ ਜਿਵੇਂ ਆਪਾਂ ਪਹਿਲਾਂ ਹੀ ਜ਼ਿਕਰ ਕੀਤਾ ਸੀ ਵੀ ਸਾਹਿਤ ਦਾ ਸ਼੍ਰੋਮਣੀ ਰੂਪ ਹੈ ਕਵਿਤਾ, ਤੇ ਕਵਿਤਾ ਨੂੰ ਸੁਰ, ਰਾਗ, ਤਾਲ, ਸਾਹਿਤ ਦੀ ਸਾਜ਼ਾ ਦੇ ਨਾਲ ਗਾਉਣਾ, ਇਹ ਹੈ ਕੀਰਤਨ। ਇਹ ਸਭ ਤੋਂ ਉੱਤਮ ਹੈ, ਸਭ ਤੋਂ ਉੱਤਮ ਭਗਤੀ ਦਾ ਰੂਪ ਹੈ। ਸੋ ਕਹਿਣ ਤੋਂ ਭਾਵ ਇਹ ਕਿ ਜਿਹੜਾ ਪਰਮਾਤਮਾ ਸਾਰਿਆਂ ਨੂੰ ਸਾਜਣ ਵਾਲਾ ਹੈ, ਉਹ ਕਿਸੇ ਨਾਲ ਵੈਰ ਕਿਵੇਂ ਕਮਾ ਸਕਦਾ? ਮਾਲੀ ਕਦੀ ਆਪਣੇ ਬੂਟਿਆਂ ਨਾਲ ਵੈਰ ਕਮਾਉਂਦਾ, ਪਰ
ਉਹਨੂੰ ਪਤਾ ਹੈ, ਬੂਟਿਆਂ ਦੇ ਨਾਲੋਂ ਵੱਧ ਜਾਣਦਾ ਆ ਕਿ ਕਿੱਥੇ ਉਹਨੇ ਥਿਨਰ ਕਰਨੇ ਆ ਆਪਣੀ ਪਲਾਂਟੇਸ਼ਨ ਨੂੰ, ਕਿੱਥੇ ਉਹਨੂੰ ਆਪਣਾ ਇੱਕ ਥਾਂ ਤੋਂ ਪੁੱਟ ਕੇ ਦੂਜੇ ਥਾਂ ਕਰਨਾ ਆ, ਕਿੱਥੇ ਬੇਲੋੜਾ ਬਿਨਾਂ ਬੀਜਿਆ ਘਾਹ ਫੂਸ ਨਦੀਨ ਉੱਗ ਆਇਆ ਉਹ ਰੰਬੀ ਦੇ ਨਾਲ ਗੋੜ ਕੇ ਉੱਥੋਂ ਥਾਂ ਪੋਲਾ ਕਰਨਾ ਆ ਤੇ ਉਹਨੇ ਘਟਾਉਣਾ ਆ ਗਿਣਤੀ ਨੂੰ। ਇਹ ਉਹ ਤੇ ਕਿਹੜਾ ਬੂਟਾ ਕਿੱਥੋਂ ਪੁੱਟ ਕੇ ਕਿੱਥੇ ਲਾਉਣਾ ਆ ਉਹ ਮਾਲੀ ਜਾਣਦਾ, ਬੂਟੇ ਨਹੀਂ ਜਾਣ ਸਕਦੇ। ਇਹ ਪਰਮਾਤਮਾ ਹੀ ਜਾਣਦਾ ਹੈ ਕਿ ਉਹਨੇ ਸਾਨੂੰ ਕਿਉਂ ਇੱਥੇ ਭੇਜਿਆ, ਕਿੰਨੇ ਚਿਰ ਲਈ ਭੇਜਿਆ, ਕਦੋਂ ਉਹਨੇ ਵਾਪਸ ਬੁਲਾ ਲੈਣਾ ਆ ਤੇ ਕਿੱਧਰ ਜੈ ਭੇਜਿਆ ਤੈ ਜਾਵਾਂ। ਹਾਂਜੀ, ਸਭੇ ਪੋਏ ਤੈ ਥਾਵਾਂ ਤੇ ਸਗਲੀ ਧਰਤੀ, ਕਬੀਰ ਧਰਤੀ ਸਾਧ ਕੀ, ਇਹ ਸਾਰੀ ਧਰਤੀ ਸਾਧਾਂ ਵਾਸਤੇ ਹੈ, ਜੋ ਜਿਨ੍ਹਾਂ ਨੇ ਸਾਧਨਾ ਕੀਤੀ ਹੈ ਉਸ ਪਰਮਾਤਮਾ ਦੀ। ਸੋ ਪਰਮਾਤਮਾ ਨਿਰਵੈਰ ਹੈ, ਉਸ ਦਾ ਕਿਸੇ ਨਾਲ ਵੈਰ ਨਹੀਂ। ਤੇ ਉਹ ਜੋ ਨਿਰਵੈਰ ਦੇ ਨਾਲ ਵੈਰ ਚਾਹੁੰਦਾ ਹੈ, ਨਿਰਵੈਰੇ ਸੰਗ ਵੈਰ ਰਚਾਵੇ, ਹਰ ਦਰਗਾਹ ਉਹ ਹਾਰ ਹੈ, ਉਸ ਦੀ ਹਰ ਦਰਗਾਹ ਦੇ ਵਿੱਚ ਹਾਰ ਹੀ ਹੁੰਦੀ ਹੈ ਜੋ ਨਿਰਵੈਰ ਦੇ ਨਾਲ ਵੈਰ ਕਰਨ ਦਾ ਕੋਝਾ ਯਤਨ ਕਰਦਾ ਹੈ। ਤੇ ਨਿਰਵੈਰ ਅਕਾਲ ਮੂਰਤ, ਹਾਂਜੀ, ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ। ਹੁਣ ਕਾਲ ਕਹਿੰਦੇ ਨੇ ਸਮੇਂ ਨੂੰ, ਸਮਾਂ ਤੇ ਕਿਸੇ ਨਾ ਕਿਸੇ ਹੱਦਬੰਦੀ ਦੇ ਅੰਦਰ ਹੈ ਤੇ ਅਕਾਲ ਜੇ ਨਾਲ ਐੜਾ ਲੱਗ ਜਾਵੇ ਤਾਂ ਫਿਰ ਉਹ ਹੱਦਬੰਦੀ ਟੁੱਟ ਜਾਂਦੀ ਹੈ। ਇਸੇ ਵਾਸਤੇ ਸਿੱਖ ਸ਼ਬਦਾਵਲੀ ਦੇ ਵਿੱਚ ਰੱਬ ਨੂੰ ਅਕਾਲ ਪੁਰਖ ਵੀ ਕਿਹਾ ਗਿਆ। ਅਕਾਲ ਨੂੰ ਮੰਨਣ ਵਾਲਾ ਅਕਾਲੀ ਹੈ, ਹਾਂਜੀ, ਉਹ ਪੁਰਖ ਹੈ। ਮੂਰਤ ਪੁਰਖ ਵੀ ਹੈ, ਅਕਾਲ ਮੂਰਤ ਹੈ, ਉਸ ਦੀ ਹਸਤੀ। ਇੱਥੇ ਮੂਰਤ ਦਾ ਮਤਲਬ ਹੈ ਹਸਤੀ। ਮੂਰਤ ਮਮੇ ਨੂੰ ਦੁਲੈਂਕੜੇ, ਰਾਰਾ ਤੱਤੇ ਨੂੰ ਸਿਹਾਰੀ ਹੈ, ਇਹ ਇਸਤਰੀ ਲਿੰਗ ਹੈ। ਹਿੰਦੀ ਵਿੱਚ ਜੇ ਦੇਵਨਾਗਰੀ ਚ ਲਿਖਿਆ ਤਾਂ ਮੂਰਤੀ ਬੋਲਣਗੇ, ਪਰ ਆਪਾਂ ਪੰਜਾਬੀ ਦੇ ਵਿੱਚ ਗੁਰਮੁਖੀ ਚ ਭਾਵੇਂ ਤੱਤੇ ਨੂੰ ਸਿਹਾਰੀ ਲਿਖੀ ਹੈ, ਆਪਾਂ ਇਸ ਦਾ ਉਚਾਰਨ ਮੂਰਤ ਕਰਦੇ ਹਾਂ। ਤੇ ਗੁਰਬਾਣੀ ਦੇ ਵਿੱਚ ਕਿਤੇ ਮਾਮੇ ਨੂੰ ਦੁਲਾਵਾ, ਰਾਰਾ ਤੇ ਤੱਤੇ ਨੂੰ ਔਂਕੜ ਵੀ ਆਇਆ, ਉੱਥੇ ਅਰਥ ਹੋ ਰਿਹਾ, ਉੱਥੇ ਅਰਥ ਹੈ ਮੂਰਤ। ਮਹੂਰਤ ਆ ਜਾਣਾ, ਸੋਧਣਾ, ਮਹੂਰਤ ਸੋਧੋ ਵੀ ਵਿਆਹ ਦਾ ਸਮਾਂ ਕਿਹੜਾ ਠੀਕ ਰਹੂਗਾ। ਸੋ ਇਹ ਕਹਿਣ ਤੋਂ ਭਾਵ ਇਹ ਹੈ ਕਿ ਇਹ ਜੋ ਸਾਨੂੰ ਕਈ ਵਾਰੀ ਨਾ ਅੱਜ ਦੀ ਬੋਲੀ ਦੇ ਵਿੱਚ, ਇਹ ਪੁਰਾਤਨੀ 5 ਸਦੀਆਂ ਦੀ ਬੋਲੀ, ਉਦੋਂ ਦਾ ਵਿਆਕਰਣ, ਉਦੋਂ ਦੀ ਬਾਣੀ ਮਹਾਰਾਜ ਨੇ ਉਚਾਰਨ ਕੀਤੀ ਗਈ ਹੈ। ਅੱਜ ਸਾਨੂੰ ਉਹਨਾਂ ਦੇ ਅਰਥ ਨਹੀਂ ਪਤਾ ਲੱਗਦੇ ਵੀ ਇੱਥੇ ਸਿਹਾਰੀ ਕਿਉਂ ਲੱਗੀ ਹੈ ਤੇ ਇੱਥੇ ਔਕੜ ਕਿਉਂ ਲੱਗਿਆ ਤੇ ਉਹਨੂੰ ਬੋਲਣਾ ਕਿਉਂ ਨਹੀਂ ਗਾ। ਉਹ ਭਾਈ ਵਿਆਕਰਣ ਗ੍ਰਾਮਰ ਦੇ ਅਨੁਸਾਰ ਉਹ ਅਰਥ ਦੱਸਦੇ ਨੇ। ਜੇ ਤੱਤੇ ਨੂੰ ਸਿਹਾਰੀ ਲੱਗੀ ਹੈ ਤੇ ਇਹਦਾ ਮਤਲਬ ਉਹ ਮੂਰਤੀ ਹੈ, ਮੂਰਤ ਇਸਤਰੀ ਲਿੰਗ ਹੈ। ਤੇ ਜੇ ਉਹ ਤੱਤੇ ਨੂੰ ਸਿਹਾਰੀ ਨਹੀਂ ਔਂਕੜ ਲੱਗਿਆ ਤੇ ਉਹ ਮਹੂਰਤ ਹੈ, ਉਸ ਦਾ ਅਰਥ ਹੋਰ ਬਣ ਜਾਂਦਾ। ਤੇ ਵਿੱਚ ਸ਼ਬਦ ਜਿਹੜਾ ਵਿੱਚ ਲਫ਼ਜ਼ ਸ਼ਬਦ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹਦਾ ਵਵੇ ਨੂੰ ਸਿਹਾਰੀ, ਚੇਚੇ ਨੂੰ ਸਿਹਾਰੀ, ਇਹਦਾ ਮਤਲਬ ਦਰਮਿਆਨ ਵਿੱਚ। ਤੇ ਕਿਤੇ ਕਿਤੇ ਵਿੱਚ ਚੱਚੇ ਨੂੰ ਔਂਕੜ ਵੀ ਹੈ, ਉੱਥੇ ਹੈਗਾ ਵਿਚੋਲਾ, ਵਿੱਚ ਨਾ ਕੋਈ ਕਰ ਸਕੇ ਕਿਸ ਥੈ ਰੋਵੇ ਰੋਜ਼, ਕੋਈ ਵਿਚੋਲਾ ਨਹੀਂ ਵਿੱਚ ਜਿੱਥੇ ਜਾ ਕੇ ਮਨੁੱਖ ਸ਼ਿਕਾਇਤ ਕਰ ਸਕੇ। ਸੋ ਇਸ ਤਰ੍ਹਾਂ ਔਂਕੜ ਤੇ ਸਿਹਾਰੀਆਂ ਦੇ ਨਾਲ, ਜਿਵੇਂ ਇੱਕ ਗ੍ਰਹਿ ਸ਼ਬਦ ਆ, ਅਸੀਂ ਗੁਰਮੁਖੀ ਦੇ ਵਿੱਚ ਵੀ ਉਹਦੀ ਗਲਤ ਆਪਣਾ ਉਹਦਾ ਸਪੈਲਿੰਗ ਬਣਾ ਲਏ ਹੋਏ ਆ। ਗੱਗਾ ਪੈਰ ਦੇ ਵਿੱਚ ਰਾਰਾ ਤੇ ਹਾਹੇ ਨੂੰ ਸਿਹਾਰੀ। ਚਲੋ ਇਹਦੇ ਬਾਰੇ ਹੁਣ ਸਮਾਂ ਆਪਣਾ ਮੁੱਕਣ ਵਾਲਾ ਹੈ, ਫਿਰ ਕਿਤੇ ਅਗਲੀ ਵਾਰੀ ਕੱਲ ਨੂੰ ਜਾਂ ਪਰਸੋਂ ਨੂੰ ਜਦੋਂ ਮੌਕਾ ਬਣਿਆ ਵਿਚਾਰ ਕਰ ਲਵਾਂਗੇ। ਇਹ 2 ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਆਇਆ ਵਾ। ਗੱਗਾ, ਗੱਗੇ ਦੇ ਪੈਰ ਚ ਰਾਰਾ ਤੇ ਉਹਨੂੰ ਸਿਹਾਰੀ ਤੇ ਹਾਹਾ ਗ੍ਰਹਿ, ਇਹਦਾ ਮਤਲਬ ਹੈ ਬਹੁਤੇ, ਇੱਕ ਤੋਂ ਵਧੇਰੇ ਘਰ। ਤੇ ਜੇ ਹਾਏ ਨੂੰ ਔਂਕੜਿਆ ਤੇ ਇਹਦਾ ਮਤਲਬ ਇੱਕ ਘਰ। ਜੇ ਗੱਗੇ ਨੂੰ ਵੀ ਸਿਹਾਰੀ ਆ ਤੇ ਹਾਏ ਨੂੰ ਵੀ ਸਿਹਾਰੀ ਹੈ, ਇਸ ਦਾ ਮਤਲਬ ਹੈ ਘਰ ਦੇ ਵਿੱਚ। ਤੇ ਇਸ ਲਈ ਜਦੋਂ ਘਰ ਵਾਸਤੇ ਅਸੀਂ ਗ੍ਰਹਿ ਵਰਤਣਾ ਤੇ ਉਹ ਗੱਗੇ ਨੂੰ ਸਿਹਾਰੀ ਪਾਉਣੀ ਆ, ਹਾਹੇ ਨੂੰ ਸਿਹਾਰੀ ਨਹੀਂ ਅੱਜ ਦੀ ਬੋਲੀ ਵਿੱਚ। ਜੇ ਅਸੀਂ ਹਾਹੇ ਨੂੰ ਸਿਹਾਰੀ ਬਣਾਵਾਂਗੇ ਤੇ ਉਹਦਾ ਮਤਲਬ ਨਕਸ਼ਤਰ, ਪਲੈਨਟ, ਆਕਾਸ਼ ਦੇ ਵਿੱਚ ਕੋਈ ਜਿਹੜੇ ਆਪਣਾ ਚੰਦ, ਸੂਰਜ, ਤਾਰੇ, ਉਹ ਅਰਥ ਬਣ ਜਾਂਦਾ। ਤੇ ਆਪਾਂ ਸਮਾਪਤੀ ਕਰੀਏ ਕਿਉਂਕਿ 2-3 ਮਿੰਟ ਰਹਿ ਗਏ ਨੇ। ਤੇ ਅਕਾਲ ਮੂਰਤ ਉਹ ਸਮੇਂ ਤੋਂ ਰਹਿਤ ਮੂਰਤੀ ਹਸਤੀ ਹੈ। ਅਕਾਲ ਮੂਰਤ ਅਜੂਨੀ, ਉਹ ਜੋਨਾਂ ਦੇ ਵਿੱਚ ਜਨਮ ਮਰਨ ਦੇ ਚੱਕਰ ਵਿੱਚ ਨਹੀਂ ਆਉਂਦਾ, ਸਦਾ ਉਹ ਹੈ ਸੀ, ਹੁਣ ਵੀ ਹੈ ਔਰ ਅਗਾਂਹ ਵੀ ਹੋਏਗਾ। ਸਹਿਬੰਗ, ਕਿਉਂਕਿ ਕੋਈ ਨਾ ਕੋਈ ਜੀਵ ਆਪਣੇ ਮਾਤਾ ਪਿਤਾ ਤੋਂ ਸੰਸਾਰ ਦੇ ਵਿੱਚ ਆਉਂਦਾ ਹੈ, ਪਰ ਪਰਮਾਤਮਾ ਦਾ ਨਾ ਕੋਈ ਮਾਂ ਹੈ ਨਾ ਕੋਈ ਪਿਤਾ ਹੈ,
ਮਾਤ ਉਹਦਾ ਤਾਤ ਨਾ ਮਾਤ, ਕੋਈ ਵੀ ਸੰਸਾਰ ਪਰਮਾਤਮਾ ਦਾ ਨਹੀਂ ਹੈ। ਉਹ ਸਵੈ ਭੰਗ, ਸਵੈ ਖੁਦ, ਸਵੈ ਕਹਿੰਦੇ ਨੇ ਖੁਦ, ਆਪਣਾ ਆਪ, ਭੰਗ ਭੂ ਮਤਲਬ ਹੋਣਾ, ਉਹ ਆਪਣੇ ਆਪ ਤੋਂ ਹੀ ਪ੍ਰਗਟ ਹੈ, ਉਹ ਆਪਣੇ ਆਪ ਤੋਂ ਹੀ ਹੈ। ਉਸ ਨੂੰ ਸੰਸਾਰ ਦੇ ਵਿੱਚ ਲਿਆਉਣ ਵਾਲਾ ਹੋਰ ਕੋਈ ਨਹੀਂ ਹੈ, ਜੀਵ, ਕੋਈ ਹਸਤੀ, ਕੋਈ ਸ਼ਕਤੀ। ਸੋ ਓਏ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਜਪ ਸਾਹਿਬ ਦੇ ਆਰੰਭ ਦੇ ਵਿੱਚ ਇਹਨੂੰ ਮੰਗਲਾਚਰਨ ਕਹਿ ਲਓ, ਅਸੀਂ ਇਸ ਨੂੰ ਮੂਲ ਮੰਤਰ ਵੀ ਆਖਦੇ ਹਾਂ। ਤੇ ਬਹੁਤ ਸਾਰੇ ਰਾਗਾਂ 'ਚ ਨਹੀਂ, 2-3 ਰਾਗਾਂ ਨੂੰ ਛੱਡ ਕੇ ਸਾਰੇ ਰਾਗਾਂ ਦੇ ਵਿੱਚ ਇਹ ਆਪਣਾ ਆਰੰਭ ਦੇ ਵਿੱਚ ਹੁੰਦਾ ਹੈ। ਆਸਾ ਦੀ ਵਾਰ ਜਿਵੇਂ ਆ, ਉਹਦੇ ਵਿੱਚ ਵੀ ਆਰੰਭ ਵਿੱਚ ਪੂਰਾ ਹੈ। ਜੋ ਕਿਤੇ ਆਉਂਦਾ ਹੈ ਬਹੁਤੀ ਵਾਰੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਮੰਗਲਾਚਰਨ ਆਉਂਦਾ ਹੈ, ਕਿਤੇ ਇੱਕ ਓਂਕਾਰ ਸਤਨਾਮ ਗੁਰ ਪ੍ਰਸਾਦ ਆਉਂਦਾ ਆ। ਤੇ ਕਿਉਂ ਹੈ ਵੱਖ-ਵੱਖ, ਇਹ ਮਹਾਰਾਜ ਦੀਆਂ ਮਹਾਰਾਜ ਜਾਣਨ। ਆਪਾਂ ਤੇ ਜੋ ਹੈ, ਉਹ ਕਹਿੰਦੇ ਨੇ ਵੀ ਅੰਬ ਗਿਣਨੇ ਆ ਕਿ ਅੰਬਾਂ ਦਾ ਸਵਾਦ ਲੈਣਾ, ਕਿ ਅੰਬਾਂ ਦੇ ਦਰਖਤ ਗਿਣਨੇ ਆ। ਸੋ ਸਾਨੂੰ ਤਾਂ ਉਪਦੇਸ਼ ਗੁਰ ਕਹਿਆ ਸਾਕਾਰ ਕਮਾਵੋ, ਗੁਰੂ ਨੇ ਜੋ ਕਹਿਆ, ਜੋ ਉਪਦੇਸ਼ ਦਿੱਤਾ, ਉਸ ਦੇ ਉੱਪਰ ਅਸੀਂ ਅਮਲ ਕਰਨਾ। ਗੁਰ ਕੀ ਕਰਨੀ ਕਾਏ ਧਾਵੋ, ਗੁਰ ਨੇ ਕੀ ਕੀਤਾ, ਗੁਰੂ ਕਿੱਧਰ ਜਾਂਦਾ ਹੈ, ਗੁਰੂ ਕੀ ਬੋਲਦਾ ਹੈ, ਇਹਦਾ ਸਾਡੇ ਨਾਲ ਕੋਈ ਵਾਹ ਨਹੀਂ। ਸਾਨੂੰ ਕੀ ਉਪਦੇਸ਼ ਹੈ ਸਾਡੀ ਭਲਾਈ ਲਈ, ਅਸੀਂ ਉਹਨੂੰ ਸੁਣਨਾ ਸਮਝਣਾ ਤੇ ਗੁਰੂ ਦੀ ਕਿਰਪਾ ਨਾਲ ਅਮਲ ਕਰਨਾ ਹੈ। ਅੱਜ ਇੱਥੇ ਹੀ ਸਮਾਪਤ ਕਰੀਏ। ਭਲਕੇ ਈਸਟ ਆਸਟ੍ਰੇਲੀਆ, ਸਿਡਨੀ, ਮੈਲਬਰਨ ਦੇ ਟਾਈਮ ਅਨੁਸਾਰ 4 ਵਜੇ ਫਿਰ ਸੰਗਤਾਂ ਦੇ ਵਿੱਚ ਹਾਜ਼ਰੀ ਭਰੀ ਜਾਵੇਗੀ। ਆਓ ਫਤਿਹ ਗਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।